दंडोत बंदनयनक बार सर्व कला समराथ डोलन तेरा खो प्रभु नानक दे कर हाथ जाहि कला ते प्रगट हुई ताहि कला को नाम दवा दस गोरिंद को मेरी है परनाम। मान खुजामा तारक सतगुर विच दुनिया दे आए आ जगमग जगमग हर था होई परियां मंगल गाए आ। भगति शक्ति दे मालक ने दुखड़े कटने सारे आ उदे सिंह सतगुरु जी दे चरना विच अजब नजारे आ। ओ मान खुजामा तारक सतगुर विच दुनिया दे आए आ जगमग जगमग होई सारे परियां मंगल गाए आ। भगति शक्ति दे मालक ने दुखड़े कटने सारे आ उदे सिंह सतगुरु जी दे चरना विच अजब नजारे आ। ओ बेअंत गुरु तो लैके थापड़ा जग विच महक खलार दती जो भी आके चरनी लगा उस दी बदला नुहार दती। धर्मराज भी सेवक बन के देंदे जो सतकारे आ उदे सिंह सतगुरु जी दे चरना विच अजब नजारे आ। ओ देश विदेशां दे विच जाके देश विदेशां दे विच जाके गुरबाणी नाल जोड़ रहे भुल्ले पढ़ के लोकां ताई सिमरन दे वल मोड़ रहे। जेड़े हुक्म गुरु दा मन दे गुरु न कदे वसारे आ उदे सिंह सतगुरु जी दे चरना विच अजब नजारे आ। ओ कई कई घंटे सिमरन दे लई जप पर जोग चलाए आ भागा वाले ओ सत संगी जिन्ना हिस्से पाए आ। सेवा सिमरन दे विच रह के जी सेवा सिमरन दे विच रह के कईयां ने जन्म सवारे आ कईयां ने जन्म सवारे आ उदे सिंह सतगुरु जी दे चरना विच अजब नजारे आ। ओ सतगुर अपनी रसना विचों सतगुर अपनी रसना विचों बार बार ये कहंदे आ जी बार बार ये कहंदे आ निंदिया चुगली ईरखा वाले तलियां मलदे रहिंदे आ। ओ मानस जन्म ए मुड़ नहीं आउणा मानस जन्म ए मुड़ नहीं आउणा कर ली लखां चारे आ तू कर ली लखां चारे आ उदे सिंह सतगुरु जी दे चरना विच अजब नजारे आ। ओ तारियां च जिवें चन्न शोभदा सतगुरु शोभा पा रहे ने जी सतगुरु शोभा पा रहे ने आसा वार दियां मिठियां धुनियां रागी मुखों गा रहे ने। ओ कीर्तन सुन के दर्शन करके मानन प्रेम हुलारे आ उदे सिंह सतगुरु जी दे चरना विच अजब नजारे आ। ओ किसे चीज दी घाट न रहिंदी किसे चीज दी घाट न रहिंदी गुर चरना विच आके जी गुर चरना विच आके ते दुध पदार्थ मिठे मेवे मिलते शीस नवा के ते। ओ दोहां हत्थां नाल वरताउंदे बेअंत परे भंडारे आ जी बेअंत परे भंडारे आ उदे सिंह सतगुरु जी दे चरना विच अजब नजारे आ। ओ मानस जन्मा ए मोल का हीरा जी मानस जन्म अमोलक हीरा वेखियो
ਵੇਖਿਓ ਕਿਤੇ ਗਵਾਇਓ ਨਾ, ਜੀ ਵੇਖਿਓ ਕਿਤੇ ਗਵਾਇਓ ਨਾ। ਹਉਮੈ ਤੇ ਹੰਕਾਰ ਦੇ ਸੰਗਲ ਐਵੇਂ ਗਲੇ ਪਵਾਇਓ ਨਾ। ਓ ਨਾਮ ਬਿਨਾ ਨਹੀਂ ਗਤੀ ਸੋਹਣਿਆ, ਨਾਮ ਬਿਨਾ ਨਹੀਂ ਗਤੀ ਸੋਹਣਿਆ। ਬਾਣੀ ਨਿਤ ਪੁਕਾਰਿਆ ਜੀ, ਬਾਣੀ ਨਿਤ ਪੁਕਾਰਿਆ। ਉਦੇ ਸਿੰਘ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਜਬ ਨਜ਼ਾਰੇ ਆ। ਗਰੀਬ ਨਵਾਜ ਗੁਸਈਆਂ ਮੇਰਾ, ਗਰੀਬ ਨਵਾਜ ਗੁਸਈਆਂ ਮੇਰਾ। ਨਿਗਾਹ ਮੇਰ ਦੀ ਮਾਰ ਦੇਵੇ ਜੀ, ਨਿਗਾਹ ਮੇਰ ਦੀ ਮਾਰ ਦੇਵੇ। ਕੀਰਾਂ ਤੋਂ ਰੰਗ ਕਰ ਦਿੰਦਾ, ਸਭ ਦੇ ਬੇੜੇ ਪਾਰ ਕਰੇ। ਓ ਨੀਚੋਂ ਊਚ ਕਰੇ ਮੇਰਾ ਸਤਿਗੁਰ, ਜਿੰਨਾ ਚਿੱਤ ਚਤਾਰਿਆ। ਉਦੇ ਸਿੰਘ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਜਬ ਨਜ਼ਾਰੇ ਆ। ਗੁਰੂ ਉਦੇ ਸਿੰਘ ਜਗਤ ਦਾ ਵਾਲੀ, ਤਪਦੇ ਹਿਰਦੇ ਠਾਰ ਦੇਵੇ ਜੀ, ਤਪਦੇ ਹਿਰਦੇ ਠਾਰ ਦੇਵੇ। ਸ਼ਰਧਾ ਭਾਵਨਾ ਜਿਸ ਦੇ ਅੰਦਰ ਆ, ਉਸ ਦੇ ਬੇੜੇ ਤਾਰ ਦੇਵੇ। ਓ ਦਿਲ ਬਾਗ ਵਲਟੋਏ ਵਾਲੇ ਜੀ, ਦਿਲ ਬਾਗ ਵਲਟੋਏ ਵਾਲੇ। ਸਤਿਗੁਰ ਤੋਂ ਬਲਹਾਰੇ ਆ ਜੀ, ਸਤਿਗੁਰ ਤੋਂ ਬਲਹਾਰੇ ਆ। ਉਦੇ ਸਿੰਘ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਜਬ ਨਜ਼ਾਰੇ ਆ। ਗੁਰੂ ਉਦੇ ਸਿੰਘ ਜਗਤ ਦਾ ਵਾਲੀ, ਗੁਰੂ ਉਦੇ ਸਿੰਘ ਜਗਤ ਦਾ ਵਾਲੀ। ਤਪਦੇ ਹਿਰਦੇ ਠਾਰ ਦੇਵੇ ਜੀ, ਤਪਦੇ ਹਿਰਦੇ ਠਾਰ ਦੇਵੇ। ਸ਼ਰਧਾ ਭਾਵਨਾ ਜਿਸ ਦੇ ਅੰਦਰ ਆ, ਉਸ ਦੇ ਬੇੜੇ ਤਾਰ ਦੇਵੇ। ਓ ਦਿਲ ਬਾਗ ਵਲਟੋਏ ਵਾਲੇ, ਓ ਦਿਲ ਬਾਗ ਵਲਟੋਏ ਵਾਲੇ। ਸਤਿਗੁਰ ਤੋਂ ਬਲਹਾਰੇ ਆ ਜੀ, ਸਤਿਗੁਰ ਤੋਂ ਬਲਹਾਰੇ ਆ। ਉਦੇ ਸਿੰਘ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਜਬ ਨਜ਼ਾਰੇ ਆ ਜੀ, ਚਰਨਾਂ ਵਿੱਚ ਅਜਬ ਨਜ਼ਾਰੇ ਆ। ਸਤਿਗੁਰੂ ਜੀ ਦੇ ਪਵਿੱਤਰ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ, ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ, ਸੱਜ ਕੇ ਬੈਠੇ ਹੋ ਪਰਮ ਸਤਿਕਾਰਯੋਗ ਸਤ ਸੰਗਿਓ। ਆਪੋ ਆਪਣੀ ਰਸਨਾ ਪਵਿੱਤਰ ਕਰਨ ਵਾਸਤੇ, ਮਨ ਚਿੱਤ ਬਿਰਤੀ ਇਕਾਗਰ ਕਰਨ ਵਾਸਤੇ ਉਸ ਸਤਿਗੁਰੂ ਨੂੰ ਆਪਾਂ ਸਾਰੇ ਧੰਨ ਕਹਿਣਾ। ਜੇ ਸਤਿਗੁਰ ਨੇ ਸਾਨੂੰ ਸੁੱਖ ਦਿੱਤੇ ਨੇ, ਜੇ ਸਤਿਗੁਰ ਨੇ ਉਹ ਸੁੱਖ ਦਿੱਤੇ ਗੁਰਮੁਖੋ ਜਿਨ੍ਹਾਂ ਸੁੱਖਾਂ ਦੀ ਕੋਈ ਗਿਣਤੀ ਨਹੀਂ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਕਿਸੇ ਖੁੱਲੇ ਸਰੀਰ ਨੂੰ ਪੁੱਛੀਏ ਵੀ ਤੁਹਾਡਾ ਕੀ ਹਾਲ ਹੈ, ਤੇ ਉਹ ਆਖੇਗਾ ਸੰਤ ਜੀ ਸਾਡਾ ਹਾਲ ਕੋਈ ਨਹੀਂ, ਅਸੀਂ ਤੇ ਭੁੱਖੇ ਮਰਦੇ ਪਏ ਹਾਂ। ਤੇ ਜਦੋਂ ਖੁੱਲੇ ਸਰੀਰ ਨਾਮਧਾਰੀ ਸਿੱਖ ਨੂੰ ਪੁੱਛਦੇ ਨੇ ਕਿ ਸੰਤ ਜੀ ਤੁਹਾਡਾ ਕੀ ਹਾਲ ਹੈ, ਤੇ ਉਹ ਆਖੇਗਾ ਸਤਿਗੁਰਾਂ ਦੀ ਬੜੀ ਕਿਰਪਾ ਹੈ, ਸਤਿਗੁਰੂ ਜਗਜੀਤ ਸਿੰਘ ਦੀ ਬੜੀ ਕਿਰਪਾ ਹੈ। ਅੱਜ ਮੇਲੇ ਦੁਨੀਆ ਦੇ ਲੋਕਾਂ ਨੇ ਕਰਵਾਉਣੇ ਹੋਣ ਤੇ ਗਰਾਈ ਨੂੰ ਚੜ ਪੈਂਦੇ ਨੇ, ਗਰਾਈ ਨੂੰ ਭਾਵੇਂ ਛਪੀੜ ਹੀ ਲਾਉਣੀ ਹੋਵੇ। ਤੇ ਜਦੋਂ ਪੈਸੇ ਵੱਧ ਜਾਂਦੇ ਆ ਤੇ ਸੰਤ ਜੀ ਵੰਡਣ ਤੋਂ ਹੀ ਲੜ ਪੈਂਦੇ ਆ। ਉਹ ਧੰਨ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਿੱਖ ਜਿਹੜੇ ਕੱਲੇ ਕੱਲੇ ਸਿੱਖ ਮੇਲਾ ਕਰਾਉਂਦੇ ਪਏ ਨੇ, ਕੱਲੇ ਕੱਲੇ ਸਿੱਖ। ਅਜੇ ਬੜੀ ਲੰਮੀ ਕਤਾਰ ਆ ਮੇਲਾ ਕਰਵਾਉਣ ਵਾਲੇ ਸਿੱਖਾਂ ਦੀ, ਗੁਰਮੁਖੋ ਵਾਰੀ ਨਹੀਂ ਆਉਂਦੀ। ਉਸ ਸਤਿਗੁਰੂ ਨੂੰ ਸਾਰੇ ਇੱਕ ਵਾਰ ਆਪਾਂ ਧੰਨ ਕਹਿਣਾ। ਆਓ ਪਿਆਰ ਵਿੱਚ ਕਹਿ ਦਿਓ ਜੀ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਐਸ ਵੇਲੇ ਪਹਿਰੇ ਦੇ ਮਾਲਕ ਹਾਜ਼ਰ ਨਾਜ਼ਰ, ਠੰਡੀ ਮੂਰਤ, ਸ਼ਾਂਤੀ ਦੇ ਪੁੰਜ, ਦਿਆਲੂ ਤੇ ਕਿਰਪਾਲੂ ਉਸ ਸ਼ਹਿਨਸ਼ਾਹ ਦਵਾਲਮ ਨੂੰ, ਉਸ ਅੰਤਰਜਾਮੀ ਸਤਿਗੁਰੂ ਨੂੰ ਆਪਾਂ ਧੰਨ ਕਹਿਣਾ ਹੈ। ਉਸ ਨਾਨਕ ਨਿਰੰਕਾਰ ਨੂੰ ਆਪਾਂ ਧੰਨ ਕਹਿਣਾ ਹੈ। ਸਾਰੇ ਪਿਆਰ ਵਿੱਚ ਆਓ ਕਹਿ ਦਿਓ ਜੀ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਬੜੀ ਕਿਰਪਾ ਕੀਤੀ ਆ। ਸੜਦੀ ਬਲਦੀ ਦੁਨੀਆ ਤੋਂ ਸ਼ਾਂਤੀ ਤੁਸੀਂ ਪ੍ਰਦਾਨ ਕਰਨ ਵਾਸਤੇ ਆਏ ਹੋ। ਦੇਸ਼ਾਂ ਵਿਦੇਸ਼ਾਂ ਤੋਂ ਸਾਧ ਸੰਗਤ ਆਈ ਹੈ, ਦੇਸ਼ਾਂ ਵਿਦੇਸ਼ਾਂ ਤੋਂ ਆਪਣੀਆਂ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਵਾਸਤੇ ਆਈ ਹੈ। ਉਹ ਨਾਮ ਜਪਦੀ ਆ ਜਿਹਦੇ ਬਾਰੇ ਗੁਰੂ ਅਰਜਨ ਸਾਹਿਬ ਕਹਿੰਦੇ ਆ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਸੰਬਰ ਏਕੈ ਨਾਮ ਜਪਤ, ਆਗੰਤ ਅਨੇਕੈ वेद पुराण सिमरो सुधाखर कीने राम नाम एक आखर किनका एक जिह जी बसावै ताकि महिमा गणी न आवे।
ਕਾਂਖੀ ਏਕ ਹੈ ਦਰਸ ਤੁਹਾਰੋ, ਨਾਨਕ ਗੁਣ ਸੰਗ ਮੋਏ ਉਧਾਰੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਸ ਰਾਮ ਰਹਾਓ। ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਜਿਹੜਾ ਸੰਤ ਜੀ ਨਾਮ ਜਪਦਾ ਏ, ਚਵਖਰੇ ਨਾਮ ਦਾ ਜਿਹੜਾ ਸਿਮਰਨ ਕਰਦਾ ਏ, ਉਹ ਇਨਸਾਨ ਜਿਹੜਾ 84 ਲੱਖ ਜੂਨ ਵਿੱਚ ਨਹੀਂ ਆਵੇਗਾ। ਮਸਕੀਨ ਜੀ ਕਹਿੰਦੇ ਹੁੰਦੇ ਸੀ 84 ਲੱਖ ਜੂਨ ਭੋਗਣ ਵਾਸਤੇ ਕੋਈ 1 ਸਾਲ ਦੀ ਖੇਡ ਨਹੀਂ, ਕੋਈ 2 ਸਾਲ ਦੀ ਖੇਡ ਨਹੀਂ, ਕੋਈ 5 ਸਾਲ ਦੀ ਖੇਡ ਨਹੀਂ। ਗੁਰਮੁਖੋ 7.5 ਅਰਬ ਸਾਲ ਲੱਗਦੇ ਜੇ ਜੂਨਾ ਭੋਗਣ ਵਾਸਤੇ। 7.5 ਅਰਬ ਸਾਲ, 7.5 ਅਰਬ ਸਾਲ ਜੂਨ ਭੋਗ ਕੇ ਤੇ ਜਿਹੜੀ 83 ਜਿਹੜੀ ਜੂਨ ਆ ਨਾ, ਉਹ ਗਊ ਮਾਤਾ ਦੀ ਜੂਨ ਆ। ਤੇ ਜਦੋਂ ਗਊ ਮਾਤਾ ਚੜ੍ਹਾਈ ਕਰੇਗੀ ਫਿਰ ਆ ਮਨੁੱਖਾ ਸਾਨੂੰ ਜਾਮਾ ਮਿਲੇਗਾ, ਮਨੁੱਖਾ ਜਾਮਾ। ਮਨੁੱਖੇ ਜਾਮੇ ਦਾ ਤੁਸੀਂ ਲਾਹ ਲੈਣ ਵਾਸਤੇ ਆਇਓ। ਇਹ ਨਾਮਧਾਰੀ ਪੰਥ ਹੈ ਕੇਵਲ ਤੇ ਕੇਵਲ, ਜਿਹੜਾ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਸਣੇ ਕੇਸੀ ਇਸ਼ਨਾਨ ਕਰਦਾ ਤੇ ਸਤਿਗੁਰਾਂ ਦੀ ਬਾਣੀ ਪੜ੍ਹਦਾ ਹੈ, ਸਤਿਗੁਰਾਂ ਦਾ ਸਿਮਰਨ ਕਰਦਾ ਹੈ, ਸਰਬੱਤ ਦਾ ਭਲਾ ਮੰਗਦਾ ਹੈ। ਕੋਈ ਵੀ ਮੁਸੀਬਤ ਔਂਕੜ ਆ ਜਾਵੇ ਤੇ ਨਾਮਧਾਰੀ ਜਿਹੜਾ ਉਹ ਹਿੱਕ ਡਾਹ ਕੇ ਦੁਖੀ ਤੇ ਗਰੀਬਾਂ ਦੀ ਉਹ ਸੇਵਾ ਕਰਦਾ। ਕਿਹਦਾ ਹੁਕਮ ਆ? ਨਿਰੰਕਾਰ ਦੋ ਜਾਣ ਦੇ ਵਾਲੀ ਸਾਹਿਬ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਤੇ ਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਦਾ ਹੁਕਮ ਆ। ਅੱਜ ਦਾ ਜਿਹੜਾ ਪ੍ਰੋਗਰਾਮ ਆ, ਅੱਜ ਦਾ ਜਿਹੜਾ ਸਤਸੰਗ, ਅੱਜ ਦੀ ਇਕੱਤਰਤਾ, ਮੈਂ ਕੁਝ ਦੱਸਣਾ ਚਾਹੁੰਦਾ ਹੈ ਕਿ ਸਾਡਾ 15 ਤਰੀਕ ਨੂੰ ਜਿਹੜਾ ਪ੍ਰੋਗਰਾਮ ਸੀ ਉਹ ਰਾਏ ਸਿੰਘ ਨਗਰ ਰਾਜਸਥਾਨ ਦੀ ਧਰਤੀ ਤੇ ਸੀ। 15 ਦਾ ਵੀ ਪ੍ਰੋਗਰਾਮ ਸੀ, 16 ਦਾ ਵੀ ਪ੍ਰੋਗਰਾਮ ਸੀ, 17 ਦਾ ਪ੍ਰੋਗਰਾਮ ਹਨੂਮਾਨਗੜ੍ਹ ਦੀ ਧਰਤੀ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਸੀ। ਅਸੀਂ ਉੱਥੋਂ ਪ੍ਰੋਗਰਾਮ ਕੱਲ ਕਰਕੇ ਤੇ ਸੂਬਾ ਜੀ ਤੜਕੇ ਅੰਮ੍ਰਿਤ ਵੇਲੇ 4:30 ਵਜੇ ਅਸੀਂ ਆਪਣੇ ਘਰ ਆਏ ਹਾਂ। ਫਿਰ ਥੋੜਾ ਜਿਹਾ ਆਰਾਮ ਕੀਤਾ, ਫਿਰ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਿਆ। ਸੋ ਇਸ ਕਰਕੇ ਮੇਰੇ ਮਨ ਵਿੱਚ ਤੜਫ ਸੀ, ਤਾਂਗ ਸੀ ਕਿ ਅਸੀਂ ਸਾਧ ਸੰਗਤ ਦੇ ਦਰਸ਼ਨ ਕਰੀਏ ਰੱਜ ਰੱਜ ਕੇ। ਪਤਾ ਨਹੀਂ ਮੁੜ ਕੇ ਇਹੋ ਜਿਹਾ ਮਨੁੱਖਾ ਜਨਮ ਮਿਲਣਾ ਤੇ ਕਿ ਨਹੀਂ ਮਿਲਣਾ। ਮੈਂ ਦੋ ਜਹਾਨ ਦੇ ਵਾਲੀ ਸਾਹਿਬ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਨੂੰ ਅਰਜ਼ ਕੀਤੀ। ਮੈਂ ਕਿਹਾ ਸੱਚੇ ਪਾਤਸ਼ਾਹ, ਮੇਰਾ ਜੀ ਚਾਹੁੰਦਾ ਏ ਮੈਂ ਪਰਿਵਾਰ ਸਮੇਤ ਤੁਹਾਡੀ ਰੱਬ ਵਰਗੀ ਸਾਧ ਸੰਗਤ ਦੇ ਵਿੱਚ ਰਵਾਂ ਤੇ ਤੁਹਾਡੇ ਖੁੱਲੇ ਖੁੱਲੇ ਦਰਸ਼ਨ ਕਰਾਂ, ਸਾਧ ਸੰਗਤ ਦੇ ਖੁੱਲੇ ਦਰਸ਼ਨ ਕਰਾਂ, ਪਰ ਮੇਰੇ ਕੋਲ ਇੰਨੀ ਗੁੰਜਾਇਸ਼ ਨਹੀਂ। ਅਸੀਂ ਗਰੀਬ ਘਰ ਦੇ ਬੱਚੇ ਸਾਂ, ਸਾਡੇ ਕੋਲ ਇੰਨੀ ਗੁੰਜਾਇਸ਼ ਨਹੀਂ ਅਸੀਂ ਸੁੰਦਰ ਸੋਹਣੀ ਆਪਣੀ ਕੋਠੀ ਅਸੀਂ ਬਣਾ ਸਕੀਏ। ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਨੂੰ ਅਰਜ਼ ਕੀਤੀ। ਸੂਬਾ ਬਲਵਿੰਦਰ ਸਿੰਘ ਝੱਲ ਵੀ ਨਾਲ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਅਰਜ਼ ਕੀਤੀ, ਪਾਤਸ਼ਾਹ 2 ਸਾਨੂੰ ਕਮਰੇ ਬਣਾ ਦਿਓ ਰਹਿਣ ਵਾਸਤੇ। ਤੇ ਸੱਚੇ ਪਾਤਸ਼ਾਹ ਅਸੀਂ ਦੋਵਾਂ ਕਮਰਿਆਂ ਵਿੱਚ ਖੁਸ਼ ਹਾਂ ਤੇ ਰਹਿਣਾ ਅਸੀਂ ਦੋਵਾਂ ਭਰਾਵਾਂ ਇਕੱਠਿਆਂ ਹਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਮੌਜ ਦੇ ਉਹ ਮਾਲਕ ਸਨ। ਸਤਿਗੁਰਾਂ ਇਸ਼ਾਰਾ ਕਰ ਦਿੱਤਾ, ਲੇਕਿਨ ਸਤਿਗੁਰਾਂ ਵਚਨ ਨਾ ਕੀਤਾ। ਮੈਨੂੰ ਇਹ ਨਹੀਂ ਸੀ ਪਤਾ ਕਿ ਸਤਿਗੁਰ ਨੇ ਇਸ ਗੱਲ ਦਾ ਵਿੱਚ ਕਿੰਨਾ ਕੁ ਭੇਦ ਰੱਖਣਾ ਸੀ, ਇਹ ਗੁਰੂ ਜਾਣਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਬਖਸ਼ੀ, ਰਹਿਮਤ ਕੀਤੀ। ਅੱਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸੁੰਦਰ ਸੋਹਣੀ ਕੋਠੀ ਬਣਾ ਕੇ ਦਿੱਤੀ ਰਹਿਣ ਵਾਸਤੇ ਦੋਵਾਂ ਭਰਾਵਾਂ ਨੂੰ। ਇਹ ਕਿਹਦੀ ਕਿਰਪਾ ਹੈ? ਇਹ ਮੇਰੇ ਦੋ ਜਾਣ ਦੇ ਵਾਲੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਅਸੀਂ ਤੇ ਰੁਲਤੇ ਫਿਰਤੇ ਦਾ ਸਾਡੀ ਤੇ ਕੋਈ ਸਾਰ ਨਹੀਂ ਸੀ ਲੈਣ ਵਾਲਾ। ਧੰਨ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਨੂੰ ਆਪਣੇ ਗੱਲ ਨਾਲ ਲਾ ਕੇ ਰੱਖਿਆ। ਭਿਆਨਕ ਸਮਾਂ ਬਣਿਆ, ਵੱਡੇ ਵੱਡੇ ਜਥੇਦਾਰ ਡੀਂਗਾ ਮਾਰਦੇ ਸੀ, ਸਾਰੇ ਨਿਕਲ ਗਏ ਗੁਰੂ ਨੂੰ ਕੰਡ ਵਿਖਾ ਕੇ, ਸਾਰੇ ਬੇਮੁਖ ਹੋ ਗਏ। ਪਰ ਗੁਰਮੁਖੋ ਨਾ ਉਹਨਾਂ ਦੇ ਕੋਲੋਂ ਰਾਸੀ ਰਿਹਾ ਹੈ, ਨਾ ਉਹਨਾਂ ਦੇ ਕੋਲੋਂ ਹਾਥੀ ਰਹਿ ਗਏ ਨੇ, ਨਾ ਉਹਨਾਂ ਦੇ ਕੋਲ ਸਤਿਗੁਰ ਦੀ ਬਖਸ਼ਿਸ਼ ਰਹਿ ਗਈ ਹੈ। ਪਰ ਅਸੀਂ ਦੋਵੇਂ ਵੀਰ ਡਟੇ ਰਹੇ ਹਾਂ। ਸੂਬਾ ਬਲਵਿੰਦਰ ਸਿੰਘ ਝੱਲ ਜੀ ਨੇ ਕਿਹਾ ਸੀ, ਕਵੀ ਜੀ ਡੋਲਣਾ ਨਹੀਂ, ਇਹ ਜਿਹੜਾ ਗੁਰੂ ਆ ਤੁਹਾਡੀਆਂ ਸਾਰੀਆਂ ਢਿੱਲਾਂ ਤੇ ਕੁੱਖਾਂ ਕੱਢਣ ਵਾਸਤੇ ਆਇਆ। ਸਭ ਗੱਜ ਕੇ ਕਹਿ ਦਿਓ ਧੰਨ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਅੱਜ ਸਤਿਗੁਰਾਂ ਕਿਰਪਾ ਕੀਤੀ ਪਈ, ਹੁਕਮ ਲਾਇਆ ਏ। ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜਦ ਜਿਹੜਾ ਅਵਤਾਰ ਸੀ ਉਹ ਲਾਹੌਰ ਚੂਨਾ ਮੰਡੀ ਦੇ ਵਿੱਚ ਸਤਿਗੁਰਾਂ ਦਾ ਅਵਤਾਰ ਹੋਇਆ। ਪਿਤਾ ਦਾ ਨਾਂ ਹਰਦਾਸ ਆ ਤੇ ਮਾਤਾ ਦਾ ਨਾਂ ਦਇਆ ਕੌਰ ਹੈ। ਸਤਿਗੁਰੂ ਪਾਤਸ਼ਾਹ ਨੇ ਇਹੋ ਜਿਹੀ ਖੇਡ ਵਰਤਾਈ। ਇਹ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਸੀ, ਜਦੋਂ 4 ਸਾਲ ਦੇ ਹੋਏ ਤੇ ਸਿਰ ਤੋਂ ਮਾਤਾ ਦਾ ਸਾਇਆ ਉੱਠ ਗਿਆ। ਇਹ ਜਿਹੜਾ ਯਤੀਮ ਬੱਚਾ ਸੀ ਦਰ ਦਰ ਦੀਆਂ ਠੋਕਰਾਂ ਖਾਣ ਲੱਗਾ। ਉਸ ਤੋਂ ਇਤਿਹਾਸ ਦੇ ਪੰਨੇ ਦੱਸਦੇ ਨੇ 3 ਸਾਲਾਂ ਬਾਅਦ ਇਹਦਾ ਜਿਹੜਾ ਪਿਤਾ ਹਰਦਾਸ ਸੀ ਉਹ ਵੀ ਸਿਰ ਤੋਂ ਪਿਆਨਾ ਕਰ ਗਏ। ਮਾਤਾ ਪਿਤਾ ਦਾ ਸਿਰ ਤੋਂ ਸਾਇਆ ਉੱਠ ਗਿਆ। ਅੱਜ ਯਤੀਮ ਬੱਚਾ ਜਿਹੜਾ ਉਹ ਦਰ ਦਰ ਦੀਆਂ ਠੋਕਰਾਂ ਖਾਂਦਾ ਪਿਆ ਸੀ, ਕੋਈ ਗੱਲ ਨੂੰ ਲਾਉਣ ਵਾਸਤੇ ਤਿਆਰ ਨਹੀਂ। ਇਹ ਨਾਨੀ ਇਹਨਾਂ ਦੀ ਬਾਸਰ ਕੇ ਨਗਰ ਵਿੱਚ ਬੈਠੀ ਹੋਈ ਸੀ। ਨਾਨੀ ਦੇ ਮਨ ਨੇ ਉਹ ਛਾਲਾ ਮਾਰਿਆ। ਉਹਨਾਂ ਆਖਿਆ, ਧੀ ਤੇ ਮੇਰੀ ਸੱਚਖੰਡ ਨੂੰ ਪਿਆਨਾ ਕਰ ਗਈ ਹੈ, ਮੇਰਾ ਦਮਾਦ ਜਵਾਈ ਵੀ ਚੜ੍ਹਾਈ ਕਰ ਗਿਆ ਹੈ, ਪਰ ਉਹਨਾਂ ਦੀ ਬਖਸ਼ਿਸ਼ 2 ਮੇਰੇ ਦੋਤੇ ਤੇ 1 ਦੋਤੀ,
ਉਹ ਤੇ ਲਾਹੌਰ ਚੂਨਾ ਮੰਡੀ ਘਰ ਵਿੱਚ ਬੈਠੇ ਹੋਏ ਨੇ। ਗੁਰੂ ਰਾਮਦਾਸ ਪਾਤਸ਼ਾਹ ਦੇ ਛੋਟੇ ਭਰਾ ਸਨ ਬਾਬਾ ਗੁਰਦਿਆਲ ਜੀ। ਇਹਨਾਂ ਦੀ ਇੱਕ ਭੈਣ ਸੀ ਜਿਹਦਾ ਇਤਿਹਾਸ ਵਿੱਚ ਨਾਮ ਆਉਂਦਾ ਹੈ ਬੀਬੀ ਰਾਮਦਾਸੀ ਜੀ। ਇਹ ਘਰ ਦੇ ਵਿੱਚ ਹਾਣੀਆਂ ਨਾਲ ਖੇਡਦੇ ਪਏ ਨੇ। ਇਧਰੋਂ ਫਿਰ ਨਾਨੀ ਮਾਂ ਬਾਸਰ ਕੇ ਨਗਰ ਤੋਂ ਆਈ ਹੈ। ਇਹਨੇ ਆਪਣੀ ਧੀ ਦਾ ਉਜੜਿਆ ਹੋਇਆ ਜਦੋਂ ਘਰ ਵੇਖਿਆ, ਇਹਦੇ ਦਿਲੋਂ ਹੂਕ ਉੱਠੀ। ਇਹਨੇ ਆਖਿਆ, ਹਾਏ ਰੱਬਾ, ਇਹਦੀ ਥਾਂ ਤੇ ਮੈਂ ਮਰ ਜਾਂਦੀ, ਮੇਰੀ ਧੀ ਦਾ ਜਿਹੜਾ ਘਰ ਸੀ ਉਹ ਸਦਾ ਵਸਦਾ ਰਹਿੰਦਾ। ਜਦੋਂ ਆਪਣੇ ਦੋਹਤਿਆਂ ਵੱਲੇ ਵੇਖਿਆ, ਨਾ ਕੋਈ ਕੇਸ ਵਾਉਣ ਵਾਲਾ ਸੀ, ਨਾ ਸਿਰ ਤੇ ਕੋਈ ਜੂੜਾ ਕਰਨ ਵਾਲਾ ਸੀ, ਨਾ ਇਸ਼ਨਾਨ ਕਰਾਉਣ ਵਾਲਾ ਸੀ, ਨਾ ਸੁੰਦਰ ਸੋਹਣੇ ਬਸਤਰ ਪਹਿਨਾਉਣ ਵਾਲਾ ਸੀ। ਉਸ ਵੇਲੇ ਨਾਨੀ ਮਾਂ ਨੇ ਜਦੋਂ ਆਪਣੇ ਦੋਹਤਿਆਂ ਵੱਲ ਤੱਕਿਆ, ਜਿਹੜੇ ਦੋਹਤੇ ਸੀ ਛੇਤੀ ਦੇ ਨਾਲ ਆਪਣੀ ਨਾਨੀ ਦੀਆਂ ਲੱਤਾਂ ਨੂੰ ਗਲਵੱਕੜੀ ਵਿੱਚ ਲਿਆ ਤੇ ਪਿਆਰ ਜਤਾਇਆ। ਉਸ ਵੇਲੇ ਨਾਨੀ ਮਾਂ ਨੇ ਆਖਿਆ, ਪੁੱਤ ਮੈਂ ਤੁਹਾਨੂੰ ਲੈਣ ਵਾਸਤੇ ਆਈ ਹਾਂ। ਉਸ ਵੇਲੇ ਭਾਈ ਜੇਠਾ ਨੇ ਆਖਿਆ, ਮਾਂ ਇੱਥੇ ਮੇਰੇ ਚਾਚੇ ਤਾਏ ਰਹਿੰਦੇ ਨੇ, ਭੂਆ ਫੁੱਫੜ ਰਹਿੰਦੇ ਨੇ, ਮਾਸੀ ਮਾਸੜ ਰਹਿੰਦਾ ਹੈ, ਚਾਚਾ ਤਾਇਆ ਰਹਿੰਦਾ ਹੈ, ਮੈਂ ਇਹ ਲਾਹੌਰ ਛੱਡ ਕੇ ਨਹੀਂ ਜਾਵਾਂਗਾ। ਉਸ ਵੇਲੇ ਇਤਿਹਾਸ ਦੇ ਪੰਨੇ ਦੱਸਦੇ ਨੇ ਇੱਕ ਝੋਲੇ ਦੇ ਵਿੱਚ ਸਾਰੇ ਬਸਤਰ ਪਾਏ ਹੋਏ ਨੇ। ਨਾਨੀ ਮਾਂ ਨੇ ਆਖਿਆ, ਪੁੱਤ ਮੈਂ ਹੁਣੇ ਪਰਖ ਕਰ ਲੈਣੀ ਹੈ ਕੌਣ ਤੁਹਾਡਾ ਦਰਦ ਵਡਾਉਣ ਵਾਲਾ ਤੇ ਕੌਣ ਤੁਹਾਡਾ ਤਮਾਸ਼ਾ ਵੇਖਣ ਵਾਲਾ ਹੈ। ਇਤਿਹਾਸ ਦੇ ਪੰਨੇ ਦੱਸਦੇ ਨੇ ਇਹ ਜਦੋਂ ਨਾਨੀ ਮਾਂ ਜਦੋਂ ਤੁਰਨ ਲੱਗੀ ਹੈ, ਇਤਿਹਾਸ ਦੇ ਪੰਨੇ ਦੱਸਦੇ ਨੇ ਕਿਸੇ ਨੇ ਵੀ ਬਾਬੇ ਜੇਠੇ ਨੂੰ ਰਹਿਣ ਵਾਸਤੇ ਨਾ ਰੋਕਿਆ। ਉਹਨਾਂ ਆਖਿਆ, ਭਰਾ ਦੇ ਨਾਲ ਸਾਡੀ ਰਿਸ਼ਤੇਦਾਰੀ ਸੀ, ਭਰਾ ਤੁਰ ਗਿਆ ਤੇ ਸਾਡੇ ਹੁਣ ਭਤੀਏ ਕੀ ਲੱਗਦੇ ਨੇ। ਗੁਰਮੁਖੋ ਕਿਸੇ ਨੇ ਇਹਨਾਂ ਨੂੰ ਰੋਕਿਆ ਨਾ। ਇਹ ਆਪਣੀ ਨਾਨੀ ਦੇ ਨਾਲ ਬਾਸਰ ਕੇ ਨਗਰ ਵਿੱਚ ਆ ਗਏ ਨੇ। ਉਸ ਵੇਲੇ ਨਾਨੀ ਮਾਂ ਨੇ ਆਖਿਆ, ਜੇਠਿਆ ਮੈਂ ਆਪਣੀ ਰੋਟੀ ਰੋਜੀ ਵਾਸਤੇ, ਆਪਣੇ ਸਰੀਰ ਦੇ ਨਿਰਵਾਹ ਵਾਸਤੇ ਮੈਂ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੀ ਹਾਂ, ਤੂੰ ਵੀ ਘੁੰਗਣੀਆਂ ਵੇਚਿਆ ਕਰ। ਉਸ ਵੇਲੇ ਭਾਈ ਜਿਹੜਾ ਜੇਠਾ ਸੀ ਇਹ ਫਿਰ ਸਿਰ ਤੇ ਛਾਬਾ ਚੁੱਕ ਕੇ ਵਿੱਚ ਘੁੰਗਣੀਆਂ ਪਾ ਕੇ ਗਲੀਆਂ ਬਾਜ਼ਾਰਾਂ ਵਿੱਚ ਹੋਕਾ ਕਿਵੇਂ ਦਿੰਦਾ ਏ। ਉਸ ਵੇਲੇ ਦੀ ਦਾਸਤਾਨ ਵਲਟੋਹੇ ਦਾ ਕਵੀਸ਼ਰੀ ਜੱਥਾ ਨਾਲ ਸ਼ਬਦਾਂ ਵਿੱਚ ਬੇਨਤੀ ਹੈ ਇਉਂ ਕਰਦਾ। ਫਿਰ ਕੇ ਪਿੰਡਾਂ ਦੇ ਵਿੱਚ ਘੁੰਗਣੀਆਂ ਸੀ ਵੇਚਦਾ, ਫਿਰ ਕੇ ਪਿੰਡਾਂ ਦੇ ਵਿੱਚ ਘੁੰਗਣੀਆਂ ਸੀ ਵੇਚਦਾ। ਉਹ ਨਾਨੀ ਕੋਲੇ ਰਹਿ ਕੇ ਜੇਠਾ ਕਰੇ ਗੁਜ਼ਾਰਾ, ਨਾਨੀ ਕੋਲੇ ਰਹਿ ਕੇ ਜੇਠਾ ਕਰੇ ਗੁਜ਼ਾਰਾ। ਫਿਰ ਕੇ ਪਿੰਡਾਂ ਦੇ ਵਿੱਚ ਘੁੰਗਣੀਆਂ ਸੀ ਵੇਚਦਾ, ਫਿਰ ਕੇ ਪਿੰਡਾਂ ਦੇ ਵਿੱਚ ਘੁੰਗਣੀਆਂ ਸੀ ਵੇਚਦਾ। ਉਹ ਨਾਨੀ ਕੋਲੇ ਰਹਿ ਕੇ ਜੇਠਾ ਕਰੇ ਗੁਜ਼ਾਰਾ, ਨਾਨੀ ਕੋਲੇ ਰਹਿ ਕੇ ਜੇਠਾ ਕਰੇ ਗੁਜ਼ਾਰਾ। ਪਰ ਕੇ ਛਾਬਾ ਕਰ ਤੋ ਜੀ, ਪਰ ਕੇ ਛਾਬਾ ਕਰ ਤੋ ਨਾਨੀ ਜਦੋਂ ਸੀ ਤੋਰਦੀ, ਭਰ ਕੇ ਛਾਬਾ ਕਰ ਤੋ ਨਾਨੀ ਜਦੋਂ ਸੀ ਤੋਰਦੀ। ਉਹ ਤੇਰੇ ਸਿਰ ਤੇ ਬੱਚਾ ਭਾਰ ਪੈ ਗਿਆ ਭਾਰਾ, ਤੇਰੇ ਸਿਰ ਤੇ ਬੱਚਾ ਭਾਰ ਪੈ ਗਿਆ ਭਾਰਾ, ਤੇਰੇ ਸਿਰ ਤੇ ਬੱਚਾ ਭਾਰ ਪੈ ਗਿਆ ਈ ਭਾਰਾ। ਉਹ ਮਾਂ ਦੇ ਪਿਓ ਦੇ ਬਾਝੋਂ ਕੋਈ ਨਹੀਂ ਜ਼ਿੰਦਗੀ ਬਾਲਦੀ, ਮਾਂ ਦੇ ਪਿਓ ਦੇ ਬਾਝੋਂ, ਬਈ ਮਾਂ ਦੇ ਪਿਓ ਦੇ ਬਾਝੋਂ ਕੋਈ ਨਹੀਂ ਜ਼ਿੰਦਗੀ ਬਾਲਦੀ, ਮਾਂ ਦੇ ਪਿਓ ਦੇ ਬਾਝੋਂ ਕੋਈ ਨਹੀਂ ਜ਼ਿੰਦਗੀ ਬਾਲਦੀ। ਉਹ ਕਈਆਂ ਕੋਲੋਂ ਸੁਣਿਆ ਬਚਨ ਜੇਠੇ ਨੇ ਖਾਰਾ, ਕਈਆਂ ਕੋਲੋਂ ਸੁਣਿਆ ਬਚਨ ਜੇਠੇ ਨੇ ਖਾਰਾ। ਉਹ ਇੱਕ ਦਿਨ ਸਾਦਾ ਤਾਈ ਛਕਾ ਕੇ ਘਰ ਨੂੰ ਆ ਗਿਆ, ਇੱਕ ਦਿਨ ਸਾਦਾ ਤਾਈ ਛਕਾ ਕੇ ਘਰ ਨੂੰ ਆ ਗਿਆ। ਉਹ ਕੋਲੋਂ ਰਾਸ ਮੁੱਕ ਗਈ ਹੋਊ ਕਿਵੇਂ ਗੁਜ਼ਾਰਾ, ਕੋਲੋਂ ਰਾਸ ਮੁੱਕ ਗਈ ਹੋਊ ਕਿਵੇਂ ਗੁਜ਼ਾਰਾ। ਕੋਈ ਕਹਿੰਦਾ ਕਾਕਾ ਘੁੰਗਣੀਆਂ ਏ ਠੀਕ ਨਹੀਂ, ਕੋਈ ਕਹਿੰਦਾ ਕਾਕਾ, ਬਈ ਕੋਈ ਕਹਿੰਦਾ ਕਾਕਾ
ਕਾਕਾ ਘੁੰਗਣੀਆਂ ਏ ਠੀਕ ਨਹੀਂ। ਕੋਈ ਕਹਿੰਦਾ ਕਾਕਾ ਘੁੰਗਣੀਆਂ ਏ ਠੀਕ ਨਹੀਂ। ਉਹ ਮਾੜੇ ਬੰਦੇ ਨੂੰ ਕੋਈ ਦੇਂਦਾ ਨਹੀਂ ਹੁਦਾਰਾ, ਮਾੜੇ ਬੰਦੇ ਨੂੰ ਕੋਈ ਦੇਂਦਾ ਨਹੀਂ ਹੁਦਾਰਾ। ਉਹ ਨਾਨੀ ਦਿਲ ਵਿੱਚ ਸੋਚੇ ਕਿਵੇਂ ਉਮਰ ਬਤਾਵੇਗਾ, ਨਾਨੀ ਦਿਲ ਵਿੱਚ ਸੋਚੇ ਕਿਵੇਂ ਉਮਰ ਬਤਾਵੇਗਾ। ਉਹ ਆਪਣੀ ਮਾਂ ਦੇ ਬਾਝੋਂ ਕੋਈ ਨਾ ਦੇ ਸਹਾਰਾ, ਆਪਣੀ ਮਾਂ ਦੇ ਬਾਝੋਂ ਕੋਈ ਨਾ ਦੇ ਸਹਾਰਾ। ਉਹ ਮੇਲਾ ਗੋਂਦਵਾਲ ਦਾ ਲੱਗਾ ਵਿੱਚ ਗੋਇੰਦਵਾਲ ਦੇ, ਮੇਲਾ ਗੋਇੰਦਵਾਲ ਵਿੱਚ ਲੱਗਾ ਉਦੋਂ ਵਿਸਾਖੀ ਦਾ, ਮੇਲਾ ਗੋਇੰਦਵਾਲ ਵਿੱਚ ਲੱਗਾ ਉਦੋਂ ਵਿਸਾਖੀ ਦਾ। ਉਹ ਹੋਕਾ ਗਲੀਆਂ ਦੇ ਵਿੱਚ ਦੇਂਦਾ ਫਿਰੇ ਵਿਚਾਰਾ, ਹੋਕਾ ਗਲੀਆਂ ਦੇ ਵਿੱਚ ਦੇਂਦਾ ਫਿਰੇ ਵਿਚਾਰਾ, ਹੋਕਾ ਗਲੀਆਂ ਦੇ ਵਿੱਚ ਦੇਂਦਾ ਫਿਰੇ ਵਿਚਾਰਾ। ਮੇਲਾ ਗੋਇੰਦਵਾਲ ਵਿੱਚ ਜੀ, ਮੇਲਾ ਗੋਇੰਦਵਾਲ ਵਿੱਚ ਲੱਗਾ ਉਦੋਂ ਵਿਸਾਖੀ ਦਾ, ਮੇਲਾ ਗੋਇੰਦਵਾਲ ਵਿੱਚ ਲੱਗਾ ਉਦੋਂ ਵਿਸਾਖੀ ਦਾ। ਉਹ ਸੰਗਤਾਂ ਦਰਸ਼ਨ ਕਰਕੇ ਵੇਖਣ ਅਜਬ ਨਜ਼ਾਰਾ, ਸੰਗਤਾਂ ਦਰਸ਼ਨ ਕਰਕੇ ਵੇਖਣ ਅਜਬ ਨਜ਼ਾਰਾ। ਇਹ ਜੇਠੇ ਨੇ ਸਿਰ ਤੇ ਘੁੰਗਣੀਆਂ ਵਾਲਾ ਛਾਪਾ ਚੁੱਕਿਆ ਹੋਇਆ ਏ ਤੇ ਗਲੀਆਂ ਬਾਜ਼ਾਰਾਂ ਵਿੱਚ ਹੋਕਾ ਦਿੰਦਾ ਫਿਰਦਾ ਏ। ਗਲੀਆਂ ਬਾਜ਼ਾਰਾਂ ਵਿੱਚ ਕਹਿੰਦੇ ਘੁੰਗਣੀਆਂ ਛਕ ਲਿਓ, ਇਹ ਘੁੰਗਣੀਆਂ ਤੁਹਾਨੂੰ ਰਾਮ ਨਾਮ ਨਾਲ ਜੋੜਨਗੀਆਂ, ਇਹ ਘੁੰਗਣੀਆਂ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਜੋੜਨਗੀਆਂ। ਪਰ ਗੁਰਮੁਖੋ ਇਤਿਹਾਸ ਦੇ ਪੰਨੇ ਦੱਸਦੇ ਸੀ ਘੁੰਗਣੀਆਂ ਵੇਚਦਾ ਵੇਚਦਾ ਅਕਾਲ ਪੁਰਖ ਜਿਹੜਾ ਸੀ ਇੱਕ ਗਰੀਬ ਦਾ ਰੂਪ ਧਾਰ ਕੇ ਇਸ ਬਾਬੇ ਜੇਠੇ ਕੋਲ ਆਇਆ। ਪੁੱਛਿਆ ਕਾਕਾ ਕੀ ਵੇਚਦਾ ਏ? ਉਹਨਾਂ ਆਖਿਆ ਜੀ ਮੈਂ ਘੁੰਗਣੀਆਂ ਵੇਚ ਕੇ ਆਪਣਾ ਘਰ ਦਾ ਗੁਜ਼ਾਰਾ ਕਰਦਾ ਏ। ਉਹਨਾਂ ਆਖਿਆ ਹੋਰ ਕੋਈ ਆਸਰਾ ਨਹੀਂ? ਉਹਨਾਂ ਆਖਿਆ ਮੇਰੇ ਸਾਰੇ ਆਸਰੇ ਟੁੱਟ ਗਏ ਨੇ, ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਆਸਰਾ ਏ। ਮੈਂ ਯਤੀਮ ਬੱਚਾ, ਮੈਂ ਇਹੋ ਹੀ ਕੰਮ ਕਰਦਾ ਏ, ਘੁੰਗਣੀਆਂ ਵੇਚ ਕੇ ਪੈਸੇ ਵੱਟ ਕੇ ਘਰ ਦਾ ਗੁਜ਼ਾਰਾ ਕਰ ਲੈਣਾ ਏ। ਉਸ ਵੇਲੇ ਇਤਿਹਾਸ ਦੇ ਪੰਨੇ ਦੱਸਦੇ ਉਸ ਭੁੱਖੀ ਹੋਈ ਆਤਮਾ ਨੇ ਜਦੋਂ ਘੁੰਗਣੀਆਂ ਨੂੰ ਛਕਿਆ, ਉਸ ਸਾਧੂ ਮਹਾਤਮਾ ਨੇ ਆਖਿਆ ਕਾਕਾ ਮੇਰੇ ਕੋਲ ਪੈਸੇ ਦੇਣ ਵਾਸਤੇ ਨਹੀਂ, ਇਹ ਨਹੀਂ ਆਖਿਆ ਵੀ ਪੈਸੇ ਚਾਹੀਦੇ ਨੇ। ਆਖਿਆ ਚੰਗਾ ਬਾਬਾ ਜੀ ਨਹੀਂ ਤੁਹਾਡੇ ਕੋਲ ਪੈਸੇ ਹੈਗੇ ਤੇ ਆਪੇ ਗੁਰੂ ਨਾਨਕ ਪਾਤਸ਼ਾਹ ਦਰਗਾਹ ਵਿੱਚ ਤੁਹਾਡੇ ਤੋਂ ਲੈ ਲਵੇਗਾ। ਇਧਰੋਂ ਇਤਿਹਾਸ ਦੇ ਪੰਨੇ ਦੱਸਦੇ ਆ ਅੱਜ ਘੁੰਗਣੀਆਂ ਵੇਚ ਕੇ ਸ਼ਾਮ ਦਾ ਵਕਤ ਹੋਇਆ, ਆਪਣੇ ਘਰ ਵਿੱਚ ਆਇਆ। ਨਾਨੀ ਨੇ ਪੁੱਛਿਆ ਜੇਠਿਆ ਕਿੰਨੀ ਕੁ ਵੜਤ ਹੋਈ ਹੈ? ਉਸ ਵੇਲੇ ਜੇਠੇ ਨੇ ਸੱਚੀ ਸੱਚੀ ਦੱਸ ਦਿੱਤਾ। ਆਖਿਆ ਮਾਂ ਇੱਕ ਭੁੱਖੀ ਆਤਮਾ ਰੱਬ ਦਾ ਪਿਆਰਾ ਕੋਈ ਮਿਲਿਆ ਸੀ, ਘੁੰਗਣੀਆਂ ਉਹਨੇ ਖਾ ਲੀਆਂ ਏ, ਉਹਦੇ ਕੋਲ ਦੇਣ ਵਾਸਤੇ ਪੈਸੇ ਨਹੀਂ। ਉਸ ਵੇਲੇ ਇਤਿਹਾਸ ਦੇ ਪੰਨੇ ਦੱਸਦੇ ਨਾਨੀ ਮਾਂ ਨੇ ਸੱਜੇ ਹੱਥ ਦੀ ਜਿਹੜੀ ਚਪੇੜ ਸੀ ਬਾਬਾ ਜੇਠਾ ਦੇ ਸੁੰਦਰ ਸੋਹਣੇ ਮੁਖੜੇ ਤੇ ਲਾਈ ਸੀ। ਨਾਲੇ ਪਛਤਾਇਆ ਇਹ ਬਾਬਾ ਜੇਠਾ ਜਿਹੜਾ ਸੀ ਰੋਂਦਾ ਤੇ ਕਰਲਾਂਦਾ ਹੋਇਆ ਬਾਹਰਲੀ ਕੰਧ ਦੇ ਨਾਲ ਆਪਣਾ ਸਿਰ ਲਾਇਆ ਹੋਇਆ ਏ, ਆਪਣੇ ਮਾਂ-ਬਾਪ ਨੂੰ ਯਾਦ ਕਰਦਾ ਏ। ਅੱਜ ਸਿਰ ਤੇ ਕੋ ਮਾਂ-ਬਾਪ ਨੇ ਧੀਰਜ ਦਿਲਾਸਾ ਦੇਣ ਵਾਲਾ ਅੱਜ ਭੁੱਖਾ ਤਿਆ ਪਿਆਸਾ ਕੰਧ ਦੇ ਨਾਲ ਵਿਲਕਦਾ ਖਲੋਤਾ ਪਿਆ ਏ। ਉਸ ਵੇਲੇ ਇਤਿਹਾਸ ਦੇ ਪੰਨੇ ਦੱਸਦੇ ਨੇ ਜੇ ਇਤਿਹਾਸ ਦੱਸਦਾ ਜਦੋਂ ਵੀ ਵਿਸਾਖੀ ਦਾ ਮੇਲਾ ਲੱਗਦਾ ਸੀ, ਜਿਸ ਵਿਸਾਖੀ ਵਾਲੇ ਦਿਨ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਮਾਲਕ ਜਿਸ ਜਗ੍ਹਾ ਤੇ ਹੁੰਦੇ ਸੀ ਮੇਲਾ ਵਿਸਾਖੀ ਦਾ ਉੱਥੇ ਲੱਗਿਆ ਕਰਦਾ ਸੀ। ਇਧਰੋਂ ਇਤਿਹਾਸ ਦੇ ਪੰਨੇ ਦੱਸਦੇ ਲਾਹੌਰ ਤੋਂ ਸਾਧ ਸੰਗਤ ਆਈ, ਇਹਨਾਂ ਦੇ ਕੋਲ ਬਾਸਰ ਕੇ ਨਗਰ ਤੋਂ ਲੰਘਣ ਲੱਗੀ। ਉਹਨਾਂ ਦੇ ਸ਼ਬਦਾਈ ਨੇ ਇੱਕ ਜਥੇ ਨੇ ਸ਼ਬਦ ਪੜਿਆ ਸੀ ਕੋਈ ਜਨ ਹਾਰਸਿਓ ਦੇਵੇ ਜੋਰ, ਕੋਈ ਜਨ ਹਾਰਸਿਓ ਦੇਵੇ ਜੋਰ। ਇਹ ਜਿਹੜਾ ਸ਼ਬਦ ਸੀ ਭਾਈ ਜੇਠੇ ਨੇ ਸੁਣਿਆ। ਉਸ ਜਥੇ ਦੇ ਨਾਲ ਚੱਲਦਾ ਚੱਲਦਾ ਇਹ ਗੋਇੰਦਵਾਲ ਦੀ ਪਵਿੱਤਰ ਪਾਵਨ ਧਰਤੀ ਤੇ ਆਇਆ ਏ। ਤੜਕਾ ਅੰਮ੍ਰਿਤ ਵੇਲਾ ਹੋਇਆ ਏ। ਸਾਧ ਸੰਗਤ ਆਸਾ ਦੀ ਵਾਰ ਦਾ ਕੀਰਤਨ ਸਰਨ ਕਰਨ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਬਾਰ ਵਿੱਚ ਵਾਧੀ ਤੁਰੀ ਜਾਂਦੀ ਹੈ। ਇਧਰੋਂ ਇਤਿਹਾਸ ਦੇ ਪੰਨੇ ਦੱਸਦੇ ਇਹ ਮਾਸੂਮ ਜਿਹੜਾ ਬੱਚਾ ਸੀ
ਇਹਨੇ ਵੇਖਿਆ, ਪੁੱਛਿਆ ਸਾਧ ਸੰਗਤ ਦੀ ਕਿੱਧਰ ਜਾ ਰਹੇ ਹੋ? ਸਾਧ ਸੰਗਤ ਨੇ ਆਖਿਆ ਕਾਕਾ ਇਸ ਵੇਲੇ ਪਹਿਰੇ ਦੇ ਮਾਲਕ ਹਾਜ਼ਰ ਨਾਜ਼ਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਉਹ ਆਸਾ ਦੀ ਵਾਰ ਦਾ ਉਹਨਾਂ ਦਾ ਦੀਵਾਨ ਸੱਜਿਆ ਤੇ ਖੁੱਲੇ ਦਰਸ਼ਨਦਾਰੇ ਦੇ ਰਹੇ ਨੇ। ਇਹ ਜਿਹੜਾ ਬੱਚਾ ਸੀ ਯਤੀਮ ਬੱਚਾ, ਇਹ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਬਾਰ ਵਿੱਚ ਆਇਆ। ਇਹਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਦੇ ਸਿਰ ਸੁੱਟਿਆ, ਆਪਣਾ ਸਿਰ ਨਹੀਂ ਚੁੱਕਦਾ। ਦੀਨ ਦੁਨੀ ਦੇ ਮਾਲਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਇਹਦੀ ਕੰਠ ਤੇ ਥਾਪੀ ਦਿੱਤੀ, ਆਵਾਜ਼ ਦਿੱਤੀ, ਆਖਿਆ ਕਾਕਾ ਸਿਰ ਆਪਣਾ ਕਿਉਂ ਨਹੀਂ ਚੁੱਕਦਾ, ਗੱਲ ਕੀ ਹੈ? ਇਹਦੀਆਂ ਅੱਖਾਂ 'ਚੋਂ ਤ੍ਰਿਪ ਤ੍ਰਿਪ ਜਲ ਵਹਿ ਤੁਰਿਆ ਸੀ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਕਾਕਾ ਸਾਰੀ ਜਿੰਨੀ ਵੀ ਸਾਧ ਸੰਗਤ ਆਈ ਹੈ, ਨਾਲ ਉਹਨਾਂ ਦੇ ਮਾਤਾ ਪਿਤਾ ਆਏ ਨੇ, ਤੇਰਾ ਮਾਤਾ ਪਿਤਾ ਕਿੱਧਰ ਗਿਆ ਏ? ਇਹਦੀਆਂ ਭੁੱਬਾਂ ਨਿਕਲ ਗਈਆਂ, ਤਾਂ ਹੀ ਮਾਰ ਕੇ ਕਹਿੰਦਾ ਹੈ ਮੇਰੇ ਸੱਚੇ ਪਾਤਸ਼ਾਹ ਐਸ ਵਸਦੀ ਹੋਈ ਦੁਨੀਆ ਵਿੱਚ ਮੇਰਾ ਰਿਹਾ ਹੀ ਕੋਈ ਨਹੀਂਗਾ। ਸੱਚੇ ਪਾਤਸ਼ਾਹ ਨਾ ਮੇਰੀ ਕੋਈ ਭੈਣ ਆ, ਨਾ ਮੇਰਾ ਕੋਈ ਭਰਾ ਆ, ਨਾ ਮੇਰੀ ਕੋਈ ਮਾਂ ਹੈ, ਨਾ ਕੋਈ ਚਾਚਾ ਨਾ ਤਾਇਆ। ਸੱਚੇ ਪਾਤਸ਼ਾਹ ਮੈਨੂੰ ਕੋਈ ਗੱਲ ਨਾ ਲਾਉਣ ਵਾਸਤੇ ਤਿਆਰ ਨਹੀਂ। ਉਸ ਵੇਲੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਜੇਠਿਆ ਘਬਰਾ ਨਾ, ਜਦੋਂ ਖੁਸ਼ੀ ਤੇ ਗਮੀ ਦਾ ਸਮਾਂ ਆਵੇਗਾ ਅਸੀਂ ਤੇਰੇ ਨਾਲ ਵਾਅਦਾ ਕਰਦੇ ਹਾਂ, ਮਾਤਾ ਪਿਤਾ ਵਾਲਾ ਫਰਜ਼ ਤੇਰੇ ਨਾਲ ਅਸੀਂ ਅਦਾ ਕਰਾਂਗੇ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਸੇਵਾ ਕਰ। ਇਹਨੇ ਗੁਰਮਖੋ ਤਨ ਮਨ ਤੇ ਧਨ ਦੇ ਨਾਲ ਸੇਵਾ ਕੀਤੀ, ਰਾਤ ਦਿਨ ਫਿਰ ਇੱਕ ਕਰ ਦਿੱਤਾ। ਇੱਕ ਕਰਕੇ ਆਪਣੇ ਗੁਰੂ ਦੀਆਂ ਖੁਸ਼ੀਆਂ ਲਈਆਂ। ਖੁਸ਼ੀਆਂ ਜਦੋਂ ਪ੍ਰਾਪਤ ਕੀਤੀਆਂ, ਇਤਿਹਾਸ ਦੇ ਪੰਨੇ ਦੱਸਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਮਹਿਲ ਸਨ ਮਾਤਾ ਮਨਸਾ ਦੇਵੀ। ਮਾਤਾ ਮਨਸਾ ਦੇਵੀ ਨੇ ਸੱਚੇ ਪਾਤਸ਼ਾਹ ਨੂੰ ਆਖਿਆ ਪਾਤਸ਼ਾਹ ਜਿਹੜੀ ਆਪਣੀ ਵੱਡੀ ਆ ਬੀਬੀ ਭਾਨੀ ਉਹ ਮੰਗਣ ਵਿਆਉਣ ਦੇ ਯੋਗ ਹੈ, ਤੇ ਪਾਤਸ਼ਾਹ ਮੇਰਾ ਜੀ ਚਾਹੁੰਦਾ ਚੰਗਾ ਵਰ ਕਰ ਵੇਖ ਕੇ, ਚੰਗਾ ਪਰਿਵਾਰ ਵੇਖ ਕੇ ਧੀ ਦੀ ਜਿਹੜੀ ਸ਼ਾਦੀ ਉਹ ਕਰ ਦੇਣੀ ਚਾਹੀਦੀ ਹੈ। ਉਸ ਵੇਲੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਮਨਸਾ ਦੇਵੀ ਤੇਰੀ ਧੀ ਵਾਸਤੇ ਕਿਹੋ ਜਿਹਾ ਵਰ ਚਾਹੀਦਾ ਹੈ, ਕਿਹੋ ਜਿਹਾ ਪ੍ਰਾਹੁਣਾ ਚਾਹੀਦਾ ਹੈ? ਉਸ ਵੇਲੇ ਮਨਸਾ ਦੇਵੀ ਨੇ ਆਖਿਆ ਸੱਚੇ ਪਾਤਸ਼ਾਹ ਉਹ ਜਿਹੜਾ ਬੱਚਾ ਯਤੀਮ ਹੈ, ਜਿਹੜਾ ਘੁੰਗਣੀਆਂ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ, ਸੱਚੇ ਪਾਤਸ਼ਾਹ ਮੈਨੂੰ ਉਹੋ ਜਿਹਾ ਦਮਾਦ ਚਾਹੀਦਾ ਏ, ਮੇਰੀ ਧੀ ਵਾਸਤੇ ਵਰ ਪਰਿਵਾਰ ਉਹ ਚਾਹੀਦਾ ਏ। ਉਸ ਵੇਲੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ ਨੇ ਆਵਾਜ਼ ਮਾਰੀ, ਆਖਿਆ ਬਾਬਾ ਬੁੱਢਾ ਸਾਹਿਬ ਜੀ ਭਾਈ ਬੱਲੂ ਜੀ ਇਹ ਸਤਿਗੁਰਾਂ ਦੇ ਕੋਲ ਆਏ। ਭਾਈ ਬੱਲੂ ਨੂੰ ਸਤਿਗੁਰਾਂ ਨੇ ਆਖਿਆ ਭਾਈ ਬੱਲੂ ਜੀ ਉਹ ਜਿਹੜਾ ਯਤੀਮ ਬੱਚਾ ਘੁੰਗਣੀਆਂ ਵੇਚਦਾ ਹੁੰਦਾ ਸੀ, ਜਿਹੜਾ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਤਨ ਮਨ ਤੇ ਧਨ ਦੇ ਨਾਲ ਸੇਵਾ ਕਰਦਾ ਏ, ਉਹਨੂੰ ਸਾਡੇ ਤੁਸੀਂ ਕੋਲ ਲੈ ਕੇ ਆਓ। ਭਾਈ ਬੱਲੂ ਜੀ ਗਏ। ਉਸ ਵੇਲੇ ਭਾਈ ਜੇਠੇ ਨੂੰ ਆਖਿਆ ਜੇਠਿਆ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਬੁਲਾਇਆ ਹੈ। ਉਸ ਵੇਲੇ ਜੇਠੇ ਨੇ ਸਮਝਿਆ ਕਿ ਹੋ ਸਕਦਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਲੰਗਰ ਵਿੱਚ ਅੱਜ ਘੁੰਗਣੀਆਂ ਵਰਤਾਉਣੀਆਂ ਹੋਣਗੀਆਂ, ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸੱਦਿਆ ਏ। ਉਸ ਵੇਲੇ ਇਹ ਜਿਹੜਾ ਭਾਈ ਜੇਠਾ ਸੀ ਇਹ ਹੱਥ ਜੁੜੇ ਹੋਏ ਨੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਕੋਲ ਆਏ ਨੇ, ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਜੇਠਿਆ ਅਸੀਂ ਆਪਣੀ ਧੀ ਦਾ ਰਿਸ਼ਤਾ ਤੈਨੂੰ ਕਰਨਾ ਤੇ ਆਪਣਾ ਅਸੀਂ ਦਮਾਦ ਬਣਾਉਣਾ ਹੈ, ਆਪਣਾ ਜਵਾਈ ਬਣਾਉਣਾ ਹੈ। ਉਸ ਵੇਲੇ ਭਾਈ ਜੇਠੇ ਦੇ ਹੱਥ ਜੁੜੇ ਹੋਏ ਸੀ, ਅੱਖਾਂ 'ਚੋਂ ਤ੍ਰਿਪ ਤ੍ਰਿਪ ਜਲ ਵਹਿ ਰਿਹਾ ਸੀ। ਇਹਨੇ ਆਖਿਆ ਸੱਚੇ ਪਾਤਸ਼ਾਹ ਇਹ ਤੁਸੀਂ ਬਚਨ ਕੀ ਕਰ ਦਿੱਤਾ? ਉਹਨਾਂ ਆਖਿਆ ਸੱਚੇ ਪਾਤਸ਼ਾਹ ਤੁਹਾਡੀ ਜਿਹੜੀ ਧੀ ਹੈ ਉਹ ਰਾਜ ਮਹਿਲਾਂ ਵਿੱਚ ਰਹਿਣ ਵਾਲੀ ਹੈ, ਸੇਵਾ ਭਾਵ ਵਾਲੀ ਹੈ, ਤੇ ਪਾਤਸ਼ਾਹ ਮੇਰੇ ਤੇ ਰਹਿਣ ਵਾਸਤੇ ਪੱਕਾ ਘਰ ਹੀ ਕੋਈ ਨਹੀਂ ਹੈਗਾ। ਸੱਚੇ ਪਾਤਸ਼ਾਹ ਮੇਰੇ ਰਹਿਣ ਬਹਿਣ ਵਾਸਤੇ ਕੋਈ ਵਧੀਆ ਪ੍ਰਬੰਧ ਨਹੀਂ। ਕੱਖਾਂ ਦੀ ਮੇਰੀ ਕੁੱਲੀ ਹੈ, ਕੱਖਾਂ ਦੀ ਮੇਰੀ ਝੌਂਪੜੀ, ਜਦੋਂ ਬਾਰਿਸ਼ ਪੈਂਦੀ ਹੈ ਤੇ ਸੱਚੇ ਪਾਤਸ਼ਾਹ ਮੈਂ ਭਿੱਜ ਜਾਣਾ, ਮੇਰੇ ਬਸਤਰ ਵੀ ਭਿੱਜ ਜਾਂਦੇ ਨੇ। ਸੱਚੇ ਪਾਤਸ਼ਾਹ ਜਦੋਂ ਤੁਹਾਡੀ ਧੀ ਵਿਆਹੀ ਹੋਈ ਮੇਰੇ ਘਰ ਆਵੇਗੀ ਤੇ ਧੀ ਦੇ ਨਾਲ ਰਿਸ਼ਤੇਦਾਰ ਆਉਣਗੇ, ਰਿਸ਼ਤੇਦਾਰੀ ਵੱਧ ਜਾਂਦੀ ਹੈ, ਤੇ ਸੱਚੇ ਪਾਤਸ਼ਾਹ ਮੈਂ ਉਹਨੂੰ ਬਿਠਾਵਾਂਗਾ ਕਿੱਥੇ? ਸੱਚੇ ਪਾਤਸ਼ਾਹ ਮੈਂ ਪ੍ਰਾਹੁਣਿਆਂ ਨੂੰ ਜਲ ਪਾਣੀ ਪ੍ਰਸ਼ਾਦਾ ਪਾਣੀ ਕਿੱਥੋਂ ਛਕਾਵਾਂਗਾ? ਪਾਤਸ਼ਾਹ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਮਕ ਮਾਰ ਕੇ ਛਾਤੀ ਦੇ ਹੱਥ ਮਾਰ ਕੇ ਕਹਿੰਦੇ ਓ ਜੇਠਿਆ ਕੀ ਆਨਾ ਮੇਰੀ ਕੱਖਾਂ ਦੀ ਕੁੱਲੀ ਹੈ, ਕੀ ਆਨਾ ਮੇਰੇ ਰਹਿਣ ਬਹਿਣ ਵਾਸਤੇ ਥਾਂ ਨਹੀਂ। ਉਹ ਦਿਨ ਦੂਰ ਨਹੀਂ ਜਿੱਦਣ ਤੇਰਾ ਸੋਨੇ ਦਾ ਦਰਬਾਰ ਬਣੇਗਾ, ਸਭ ਗੱਜ ਕੇ ਕਹਿ ਦਿਓ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਉਹਨਾਂ ਆਖਿਆ ਜੇਠਿਆ ਕੀ ਆਨਾ ਹੈ ਕਿ ਮੇਰੇ ਵਾਸਤੇ ਲੰਗਰ ਛਕਣ ਵਾਸਤੇ ਨਹੀਂ, ਭੈਣ ਭਰਾਵਾਂ ਦੇ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਨਹੀਂ। ਉਹ ਜੇਠਿਆ ਉਹ ਦਿਨ ਦੂਰ ਨਹੀਂ ਜਿੱਦਣ ਤੇਰੇ ਦਰਬਾਰ ਵਿੱਚ ਲੱਖਾਂ ਲੋਕ ਸੰਗਤ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਕਰੇਗੀ, ਸਭ ਗੱਜ ਕੇ ਕਹਿ ਦਿਓ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਉਹਨਾਂ ਆਖਿਆ ਜੇਠਿਆ ਇਹ ਕਿਹੜੀ ਗੱਡੀ ਗੱਲ ਹੈ?
ਅਸੀਂ ਲੜਕੀ ਦਾ ਜਿਹੜਾ ਰਿਸ਼ਤਾ ਹੈ ਉਹ ਤੈਨੂੰ ਕਰਨਾ ਹੈ। ਉਸ ਵੇਲੇ ਇਤਿਹਾਸ ਦੇ ਪੰਨੇ ਦੱਸਦੇ ਨੇ ਇਹ ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਆਪਣੀ ਜਿਹੜੀ ਬੀਬੀ ਭਾਨੀ ਸੀ ਉਹਦਾ ਰਿਸ਼ਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਭਾਈ ਜੇਠੇ ਨੂੰ ਕਰ ਦਿੱਤਾ ਸੀ। ਜੇਠੇ ਨੇ ਫਿਰ ਇੰਨੀ ਤਨ ਮਨ ਤੇ ਧਨ ਦੇ ਨਾਲ ਸੇਵਾ ਕੀਤੀ। ਬੀਬੀ ਭਾਨੀ ਨੇ ਵੀ ਆਈ ਹੋਈ ਸਾਧ ਸੰਗਤ ਦੀ ਤਨ ਮਨ ਤੇ ਧਨ ਦੇ ਨਾਲ ਸੇਵਾ ਕਰਨੀ। ਬੀਬੀ ਭਾਨੀ ਦੇ ਜਦੋਂ ਦਰਸ਼ਨ ਸਾਧ ਸੰਗਤ ਨੇ ਕਰਨਾ ਤੇ ਝੂਠੇ ਭਾਂਡੇ ਮਾਂਜਦੀ ਹੁੰਦੀ ਸੀ। ਜਦੋਂ ਸਾਧ ਸੰਗਤ ਨੇ ਦਰਸ਼ਨ ਕਰਨਾ ਤੇ ਜਿਵੇਂ ਪ੍ਰਸ਼ਾਦੇ ਤਿਆਰ ਕਰਨੇ, ਆਟਾ ਗੁੰਨਣਾ, ਬਾਲਣ ਦੀ ਸੇਵਾ ਕਰਨੀ, ਲੰਗਰ ਛਕਾਉਣ ਪਕਾਉਣ ਦੀ ਬੀਬੀ ਭਾਨੀ ਸੇਵਾ ਕਰਦੀ ਸੀ। ਕਦੀ ਥਕੇਵਾ ਨਹੀਂ ਸੀ ਮੰਨਿਆ। ਜਿਸ ਤਰ੍ਹਾਂ ਮਾਤਾ ਚੰਦ ਕੌਰ ਜੀ ਆਈ ਹੋਈ ਸਾਧ ਸੰਗਤ ਦੀ ਤਨ ਮਨ ਤੇ ਧਨ ਦੇ ਨਾਲ ਸੇਵਾ ਕਰਦੀ ਸੀ। ਜਿੰਨੀਆਂ ਭੈਣੀ ਸਾਹਿਬ ਦੀਆਂ ਸੁੰਦਰ ਸੋਹਣੀਆਂ ਇਮਾਰਤਾਂ ਬਣੀਆਂ ਨੇ, ਕੱਲੀ ਕੱਲੀ ਇੱਟ ਤੇ ਸਤਿਕਾਰਯੋਗ ਮਾਤਾ ਚੰਦ ਕੌਰ ਦਾ ਨਾਂ ਲਿਖਿਆ ਜੇ, ਕੱਲੀ ਕੱਲੀ ਇੱਟ ਤੇ। ਧੰਨ ਮਾਤਾ ਚੰਦ ਕੌਰ ਜਿਨ੍ਹਾਂ ਸਾਨੂੰ ਉਜੜਿਆ ਹੋਇਆਂ ਨੂੰ ਸਾਨੂੰ ਥਾਂ ਦਿੱਤੀ। ਅੱਜ ਵੀ ਪਹਿਰੇ ਦੇ ਮਾਲਕ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਉਹਨਾਂ ਦੇ ਮਹਿਲ ਮਾਤਾ ਜੀ ਅੱਜ ਵੀ ਲੰਗਰ ਦੇ ਨਾਲ ਲੰਗਰ ਦੇ ਵਿੱਚ ਮਾਤਾ ਚੰਦ ਕੌਰ ਜੀ ਵਾਂਗ ਸੇਵਾ ਕਰਦੇ ਨੇ, ਤਨ ਮਨ ਤੇ ਧਨ ਦੇ ਨਾਲ ਸੇਵਾ ਕਰਦੇ ਨੇ। ਹਰ ਇੱਕ ਦੁਖੀ ਤੇ ਗਰੀਬ ਦਾ ਦਰਦ ਉਹ ਸੁਣਦੇ ਨੇ, ਹਰ ਇੱਕ ਮੁਸ਼ਕਲ ਦਾ ਹੱਲ ਕਰਦੇ ਨੇ। ਆਈ ਹੋਏ ਸਾਧ ਸੰਗਤ ਦੀ ਸੇਵਾ ਕਰਦੇ ਆ। ਇਹ ਗੁਰੂ ਘਰ ਦੀ ਪਰੰਪਰਾ ਚੱਲੀ ਆਉਂਦੀ ਹੈ, ਬਰਕਰਾਰ ਰਹੇਗੀ। ਉਸ ਵੇਲੇ ਇਤਿਹਾਸ ਦੇ ਪੰਨੇ ਦੱਸਦੇ ਨੇ ਇਹਨੇ ਫਿਰ ਤਨ ਮਨ ਤੇ ਧਨ ਦੇ ਨਾਲ ਸੇਵਾ ਕੀਤੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਜੇਠਿਆ ਜਿਹੜਾ ਅਸੀਂ ਅੰਮ੍ਰਿਤਸਰ ਦੀ ਪਵਿੱਤਰ ਪਾਵਨ ਧਰਤੀ ਤੇ ਸਰੋਵਰ ਤਿਆਰ ਕਰਨ ਵਾਸਤੇ ਅਸੀਂ ਟੱਪ ਲਾ ਆਏ ਆ, ਤੁਸੀਂ ਬੀਬੀ ਭਾਨੀ ਨੂੰ ਨਾਲ ਲੈ ਜਾਓ, ਅੰਮ੍ਰਿਤਸਰ ਦੀ ਪਵਿੱਤਰ ਪਾਵਨ ਧਰਤੀ ਤੇ ਜਾਓ, ਸਰੋਵਰ ਦੀ ਜਿਹੜੀ ਸੇਵਾ ਹੈ ਉਹਨੂੰ ਤਿਆਰ ਬਰ ਕੀਤਾ ਜਾਵੇ। ਆਏ ਹੋਏ ਦੁਖੀਆਂ ਵਾਸਤੇ ਇਸ਼ਨਾਨ ਜਦੋਂ ਕਰਨਗੇ ਉਹਨਾਂ ਦੀ ਜਨਮ ਜਨਮਾਤਰਾ ਦੀ ਮੈਲ ਲੈ ਜਾਵੇਗੀ। ਇਧਰੋਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਨੇ ਸਤਿਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰਿਆਈ ਬਖਸ਼ ਦਿੱਤੀ ਸੀ। ਇਤਿਹਾਸ ਦੇ ਪੰਨੇ ਦੱਸਦੇ ਸੀ 6 ਸਾਲ ਜਿਹੜੀ ਉਮਰ ਸੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਰਹਿ ਗਈ ਸੀ। ਉਹ ਜਿਹੜੀ 6 ਸਾਲ ਦੀ ਉਮਰ ਸੀ ਆਪਣੇ ਦਮਾਦ ਜਵਾਈ ਬਾਬਾ ਜੇਠਾ ਨੂੰ ਸਤਿਗੁਰਾਂ ਬਖਸ਼ ਦਿੱਤੀ। ਆਖਿਆ ਸੀ ਬੜੇ ਤੂੰ ਕਾਰਜ ਕਰਨੇ ਨੇ ਰਾਮਦਾਸ, ਤੂੰ ਬੜੇ ਵੱਡੇ ਕਾਰਜ ਕਰਨੇ ਨੇ। ਇਸ ਕਰਕੇ ਉਹਨਾਂ ਨੇ ਆਪਣੀ 6 ਸਾਲ ਦੀ ਉਮਰ ਜਿਹੜੀ ਉਹ ਸਤਿਗੁਰਾਂ ਨੂੰ ਦੇ ਦਿੱਤੀ ਸੀ। ਇਧਰੋਂ ਸਤਿਗੁਰੂ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੀ ਪਵਿੱਤਰ ਪਾਵਨ ਧਰਤੀ ਤੇ ਆਏ ਨੇ, ਇੱਥੋਂ ਸਰੋਵਰ ਦੀ ਸੇਵਾ ਕਰਦੇ ਪਏ ਨੇ। ਆਈ ਹੋਈ ਸਾਧ ਸੰਗਤ ਨੇ ਤਨ ਮਨ ਤੇ ਧਨ ਦੇ ਨਾਲ ਸੇਵਾ ਕੀਤੀ ਹੈ। ਇੱਥੇ ਇੱਕ ਸੇਵਾ ਕਰਨ ਵਾਸਤੇ ਜੋੜਾ ਆਇਆ ਹੈ, ਜਿਸ ਜੋੜੇ ਦਾ ਇਤਿਹਾਸ ਵਿੱਚ ਨਾਮ ਆਉਂਦਾ ਬਾਬਾ ਆਦਮ ਤੇ ਮਾਈ ਪੇਖਾਂ। ਉਹਨਾਂ ਨੇ ਤਨ ਮਨ ਤੇ ਧਨ ਦੇ ਨਾਲ ਇੱਥੇ ਸੇਵਾ ਕੀਤੀ। ਸਵੇਰੇ ਸ਼ਾਮ ਉਹਨਾਂ ਨੇ ਸੇਵਾ ਕਰਨੀ, ਲੰਗਰ ਚੋਂ ਜਲ ਪਾਣੀ ਪ੍ਰਸ਼ਾਦਾ ਪਾਣੀ ਛਕ ਲਿਆ ਕਰਨਾ। ਇੱਕ ਦਿਨ ਬਾਬੇ ਆਦਮ ਨੇ ਭੇਖਾਂ ਨੂੰ ਆਖਿਆ, ਨਹੀਂ ਭੇਖਾਂ ਸਵੇਰੇ ਸ਼ਾਮ ਆਪਾਂ ਸੇਵਾ ਕਰਦੇ ਆਂ, ਸਵੇਰੇ ਸ਼ਾਮ ਲੰਗਰ ਚੋਂ ਛਕ ਲੈਨੇ ਆ ਪ੍ਰਸ਼ਾਦਾ ਤੇ ਹਿਸਾਬ ਹੋ ਜਾਂਦਾ ਹੈ ਆਪਣਾ ਬਰਾਬਰ, ਤੇ ਸੇਵਾ ਨੂੰ ਕੋਈ ਭਾਗ ਨਹੀਂ ਲੱਗੇਗਾ। ਉਸ ਵੇਲੇ ਇਤਿਹਾਸ ਦੇ ਪੰਨੇ ਦੱਸਦੇ ਨੇ ਬਾਬੇ ਆਦਮ ਨੇ ਆਖਿਆ ਭੇਖਾਂ ਮੈਂ ਦੱਸ ਹੋਰ ਕਿਹੜੀ ਸੇਵਾ ਕਰਾਂ ਜਿਹੜੀ ਸੇਵਾ ਕਰਨ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਮੈਨੂੰ ਖੁਸ਼ੀਆਂ ਬਖਸ਼ ਦੇਣ। ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਤੇ ਟੁੱਟ ਜਾਣ, ਮੇਰੇ ਤੇ ਮਿਹਰਬਾਨ ਹੋ ਜਾਣ, ਮੈਨੂੰ ਧੀ ਜਾਂ ਪੁੱਤਰ ਦਾ ਮੁਖ ਵਿਖਾ ਦੇਣ। ਉਸ ਵੇਲੇ ਇਤਿਹਾਸ ਦੇ ਪੰਨੇ ਦੱਸਦੇ ਨੇ ਬਾਬੇ ਆਦਮ ਨੇ ਮਾਈ ਪੇਖਾਂ ਨੇ ਤੜਕਾ ਅੰਮ੍ਰਿਤ ਵੇਲੇ ਉੱਠਿਆ ਕਰਨਾ, ਸਨੇ ਕੇਸੀ ਇਸ਼ਨਾਨ ਕਰਕੇ ਬਸਤਰ ਬਦਲ ਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਦੇ ਦਰਸ਼ਨਦਾਰੇ ਕਰਨ ਵਾਸਤੇ ਆਉਣਾ। ਸਾਧ ਸੰਗਤ ਵਿੱਚ ਬੈਠਣਾ, ਜਿਵੇਂ ਤੁਸੀਂ ਅੱਜ ਹੱਥਾਂ ਵਿੱਚ ਮਾਲਾ ਲੈ ਕੇ ਨਾਮ ਸਿਮਰਨ ਕਰਦੇ ਹੋ, ਆਪਣੇ ਸਤਿਗੁਰੂ ਦੇ ਦਰਸ਼ਨਾਂ ਦੀ ਤੁਸੀਂ ਤਾਂਘ ਰੱਖਦੇ ਹੋ। ਕਿਹੜਾ ਸਮਾਂ ਕਿਹੜੀ ਘੜੀ ਪਲ ਆਵੇ ਅਸੀਂ ਆਪਣੇ ਮਹਿਬੂਬ ਆਪਣੇ ਪੈਗੰਬਰ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਅਸੀਂ ਦਰਸ਼ਨ ਕਰੀਏ। ਇਧਰੋਂ ਬਾਬਾ ਆਦਮ ਮਾਈ ਪੇਖਾਂ ਇਹਨਾਂ ਸਤਿਗੁਰਾਂ ਦੇ ਦਰਬਾਰ ਵਿੱਚ ਆਇਆ ਕਰਨਾ ਹਾਜ਼ਰੀ ਭਰਨ ਵਾਸਤੇ। ਉਸ ਤੋਂ ਬਾਅਦ ਜੰਗਲ ਵਿੱਚ ਜਾਇਆ ਕਰਨਾ, 2 ਬਾਲਣ ਦੀਆਂ ਪੰਡਾਂ ਲਿਆਇਆ ਕਰਨੀਆਂ। ਇੱਕ ਪੰਡ ਗੁਰੂ ਨਾਨਕ ਪਾਤਸ਼ਾਹ ਦੇ ਲੋਹ ਲੰਗਰਾਂ ਕੇ ਧਰ ਦਿਆ ਕਰਨੀ, ਇੱਕ ਬਾਲਣ ਦੀ ਪੰਡ ਆਪਣੇ ਘਰ ਵਿੱਚ ਰੱਖ ਦਿਆ ਕਰਨੀ। ਉਹਦੇ ਤੋਂ ਅੱਧਾ ਬਾਲਣ ਵੇਚ ਕੇ ਪੈਸੇ ਵੱਟ ਕੇ ਤੇ ਘਰ ਦਾ ਗੁਜ਼ਾਰਾ ਕਰ ਲੈਂਦੇ ਸੀ। ਹੌਲੀ ਹੌਲੀ ਬਾਲਣ ਦੇ ਢੇਰ ਲਾ ਦਿੱਤੇ। ਉਹ ਸਮਾਂ ਆ ਗਿਆ, ਮੀਂਹ ਨੇਰੀ ਇਹਨਾਂ ਤੂਫਾਨ ਆਇਆ। ਆਈ ਹੋਈ ਸਾਧ ਸੰਗਤ ਦੇ ਜਿਹੜੇ ਤੰਬੂ ਸੀ ਸਾਰੇ ਉਹ ਢੇਰੀ ਹੋ ਗਏ ਨੇ। ਛੋਟੇ ਛੋਟੇ ਬੱਚੇ ਠੰਡ ਦੇ ਨਾਲ ਤਰਾਸ ਤਰਾਸ ਕਰਦੇ ਨੇ, ਚੀਕਾਂ ਮਾਰਦੇ ਪਏ ਨੇ। ਇਹ ਜਿਹੜੀਆਂ ਚੀਕਾਂ ਸੀ ਉਹ ਧਰਮੀ ਬਾਬਾ ਪਰਉਪਕਾਰੀ ਬਾਬੇ ਆਦਮ ਦੇ ਕੰਨਾਂ ਦੇ ਨਾਲ ਟਕਰਾਈਆਂ। ਬਾਬਾ ਆਦਮ ਜੀ ਉੱਠੇ, ਇਹ ਸਤਨਾਮ ਦਾ ਜਾਪ ਕਰਦਿਆਂ ਕਰਦਿਆਂ 4 ਪਾਈ ਮੰਜੀ ਤੋਂ ਉੱਠੇ, ਘਰ ਦੇ ਦਰਵਾਜ਼ੇ ਦੇ ਬਾਹਰ-ਬਾਹਰ ਆਣ ਕੇ ਬੈਠ ਗਏ ਨੇ। ਇਤਿਹਾਸ ਦੇ ਪੰਨੇ ਦੱਸਦੇ ਰਾਤ ਦੇ 12-1 ਵਜੇ ਦਾ ਸਮਾਂ ਸੀ। ਜਦੋਂ ਖੜਕਾ ਉੱਠਣ ਦਾ ਹੋਇਆ ਤੇ ਮਾਈ ਭੇਖਾਂ ਨੇ ਸੁਣਿਆ। ਮਾਈ ਭੇਖਾਂ ਫਿਰ ਛੇਤੀ ਦੇ ਨਾਲ ਉੱਠੀ, ਇਹ ਘਰ ਦੇ ਦਰਵਾਜ਼ੇ ਦੇ ਬਾਹਰ-ਬਾਹਰ ਆਈ। ਬਾਬੇ ਆਦਮ ਦੇ ਸੱਜੇ ਮੋਢੇ ਤੇ ਹੱਥ ਰੱਖ ਕੇ ਹਲੂਣਾ ਦੇ ਕੇ ਆਖਿਆ, ਸਵਾਮੀ ਜੀ ਸੌਂ ਜਾਓ, ਅਜੇ ਉੱਠਣ ਦਾ ਸਮਾਂ ਨਹੀਂ, ਸੌਣ ਦਾ ਸਮਾਂ ਹੈ। ਉਸ ਵੇਲੇ ਬਾਬੇ ਆਦਮ ਨੇ ਆਖਿਆ, ਭੇਖਾਂ ਉਹ ਬਾਹਰ ਨਿਕਲ ਕੇ ਵੇਖ ਆਈ ਹੋਈ ਸਾਧ ਸੰਗਤ ਕਿਵੇਂ ਠੰਡ ਦੇ ਨਾਲ ਤਰਾਸ ਤਰਾਸ ਕਰਦੀ ਹੈ।
ਉਹ ਠੰਡ ਨਾਲ ਵਿਲਕਦੇ ਪਏ ਨੇ, ਤੜਫਦੇ ਪਏ ਨੇ। ਮੈਂ ਕਿਵੇਂ ਨਿੱਘੇ ਥਾਂ ਦੇ ਪੈ ਰਵਾਂ। ਉਹ ਕਾਹਦਾ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਹੈ ਜਿਹੜੇ ਸਿੱਖ ਦੇ ਅੱਖਾਂ ਦੇ ਵਿੱਚੋਂ ਦੁਖੀ ਤੇ ਗਰੀਬ ਨੂੰ ਵੇਖ ਕੇ ਉਹਦੇ ਹੰਝੂ ਨਾ ਨਿਕਲ ਆਉਣ, ਉਹਦਾ ਮਨ ਨਾ ਭਰ ਆਵੇ, ਉਹਦਾ ਗਲਾ ਨਾ ਭਰ ਆਵੇ। ਉਹ ਕਾਹਦਾ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਹੈ। ਉਸ ਵੇਲੇ ਮਾਈ ਪੇਖਾ ਨੇ ਆਖਿਆ, ਸਵਾਮੀ ਗੁਰਦੇਵ, ਅਸੀਂ ਤੇ ਦੁੱਖਾਂ ਦੇ ਮਾਰੇ, ਮੁਸੀਬਤਾਂ ਦੇ ਮਾਰੇ ਹੋਏ ਘਰ ਛੱਡ ਕੇ ਆਏ ਹਾਂ, ਅਸੀਂ ਇਹਨਾਂ ਦੀ ਲੋਕਾਂ ਦੀ ਕੀ ਸੇਵਾ ਕਰ ਸਕਦੇ ਹਾਂ। ਉਸ ਵੇਲੇ ਬਾਬੇ ਆਦਮ ਨੇ ਆਖਿਆ, ਪੇਖਾ, ਜੋ ਬੰਦੇ ਦਾ ਜੀ ਚਾਹੇ ਜਿੰਨੀ ਮਰਜ਼ੀ ਉਹ ਸੇਵਾ ਵੱਡੀ ਕਰ ਸਕਦਾ ਹੈ, ਜਿੰਨੀਆਂ ਮਰਜ਼ੀ ਗੁਰੂ ਦੀਆਂ ਖੁਸ਼ੀਆਂ ਲੈ ਸਕਦਾ ਹੈ ਇਨਸਾਨ ਦੇ ਹੱਥ ਵਾਸਿਆ, ਜੇ ਗੁਰੂ ਉਹਦੇ ਤੇ ਬਖਸ਼ਿਸ਼ ਕਰੇ। ਇਹਨੇ ਆਖਿਆ, ਪੇਖਾ, ਜਿਹੜਾ ਘਰ ਵਿੱਚ ਬਾਲਣ ਆਪਾਂ ਇਕੱਠਾ ਕੀਤਾ ਹੋਇਆ ਏ, ਕਿਤੇ ਸਮਾਂ ਬਣੇਗਾ ਵੇਚ ਵੱਟ ਕੇ, ਪੈਸੇ ਵੱਟ ਕੇ ਘਰ ਦਾ ਗੁਜ਼ਾਰਾ ਕਰ ਲਵਾਂਗਾ। ਉਹਨਾਂ ਆਖਿਆ, ਉਹ ਸਮਾਂ ਹੁਣ ਅੱਜ ਹੀ ਉਹ ਸੇਵਾ ਕਰਨ ਦਾ, ਅੱਜ ਸਮਾਂ ਹੀ ਗੁਰੂ ਦੀਆਂ ਖੁਸ਼ੀਆਂ ਲੈਣ ਦਾ। ਉਸ ਵੇਲੇ ਬਾਬੇ ਆਦਮ ਨੇ 4 ਜਿਹੜੀਆਂ ਪੰਡਾਂ ਸੀ ਵਾਰੀ-ਵਾਰੀ ਬਾਲਣ ਦੀਆਂ ਚੁੱਕੀਆਂ, ਸਰੋਵਰ ਦੇ ਚੌਵਾਂ ਕੋਨਿਆਂ ਤੇ ਰੱਖ ਕੇ ਅੱਗ ਲਾ ਦਿੱਤੀ। ਆਈ ਹੋਈ ਸਾਧ ਸੰਗਤ ਨੇ ਅੱਗ ਨੂੰ ਸੇਕਿਆ, ਉਹਨਾਂ ਦੀ ਠੰਡ ਦੂਰ ਹੋਈ। ਉਹਨਾਂ ਦੀ ਰਸਨਾ ਤੋਂ ਨਿਕਲਿਆ, ਧੰਨ ਗੁਰੂ ਰਾਮਦਾਸ ਤੇ ਧੰਨ ਤੇਰੀ ਸਾਧ ਸੰਗਤ, ਧੰਨ ਗੁਰੂ ਰਾਮਦਾਸ ਤੇ ਧੰਨ ਤੇਰੀ ਸਾਧ ਸੰਗਤ। ਤੜਕਾ ਅੰਮ੍ਰਿਤ ਵੇਲਾ ਹੋਇਆ। ਦੀਨ ਦੁਨੀ ਦੇ ਮਾਲਕ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਰੋਵਰ ਦੇ ਕੰਢੇ ਤੇ ਆਈ ਹੋਈ ਸਾਧ ਸੰਗਤ ਦਰਸ਼ਨ ਦੇਣ ਵਾਸਤੇ ਆਏ ਨੇ, ਨਾਲੇ ਸਿਮਰਨ ਕਰਦੇ ਪਏ ਨੇ। ਅੱਗ ਬਲਦੀ ਵੇਖ ਕੇ, ਸਾਧ ਸੰਗਤ ਵੱਲ ਵੇਖ ਕੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਬਾਬਾ ਬੁੱਢਾ ਸਾਹਿਬ ਜੀ, ਆ ਅੱਗ ਬਾਲ ਕੇ ਕਿੰਨੀ ਆਈ ਹੋਈ ਸਾਧ ਸੰਗਤ ਦੀ ਸੇਵਾ ਕੀਤੀ ਹੈ, ਉਹ ਕਿਹੜਾ ਇਨਸਾਨ ਸਾਡੇ ਸਾਹਮਣੇ ਆਵੇ। ਉਸ ਵੇਲੇ ਬਾਬਾ ਬੁੱਢਾ ਸਾਹਿਬ ਨੇ ਆਖਿਆ, ਸੱਚੇ ਪਾਤਸ਼ਾਹ, ਇਹ ਕੋਈ ਓਪਰਾ ਇਨਸਾਨ ਨਹੀਂ, ਇਹ ਮਾਲਵੇ ਦੀ ਧਰਤੀ ਤੋਂ ਇਸਤਰੀ ਦੇ ਪਤੀ ਆਏ ਨੇ, ਉਹਨਾਂ ਆਈ ਹੋਈ ਤਾਰੀ ਤੇਰੀ ਸਾਧ ਸੰਗਤ ਦੀ ਸੇਵਾ ਕੀਤੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੱਗ ਬਾਲਣ ਦੀ ਸੇਵਾ ਬਾਰੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਤੋਂ ਜਿਵੇਂ ਪੁੱਛਦੇ ਨੇ, ਬਾਬਾ ਬੁੱਢਾ ਸਾਹਿਬ ਜੀ ਜਿਵੇਂ ਦੱਸਦੇ ਨੇ, ਉਸ ਵੇਲੇ ਦੀ ਦਾਸਤਾਨ ਵਲਟੋਹੇ ਦਾ ਕਵੀਸ਼ਰੀ ਜੱਥਾ ਨਾਲ ਸ਼ਬਦਾਂ ਵਿੱਚ ਬੇਨਤੀ ਹੈ, ਇਉਂ ਕਰ। ਬਾਰਿਸ਼ ਰੁਕ ਗਈ ਤੇ ਫਿਰ, ਬਾਰਿਸ਼ ਰੁਕ ਗਈ ਤੇ ਫਿਰ ਤੁਰ ਪਏ ਚੌਥੇ ਪਾਤਸ਼ਾਹ। ਉਹ ਖੋਰੇ ਸੰਗਤ ਗੁਰ ਕੀ ਕਿਵੇਂ ਸਮਾਂ ਬਤਾਵੇ, ਉਹ ਮਹੀਨਾ ਉੱਪਰੋਂ ਠੰਡੀ ਰੁੱਤ ਸਿਆਲ ਦੀ, ਉਹ ਸੂਰਜ ਦੇਵਤਾ ਵੀ ਨਾ ਕਿਧਰੇ ਮੁਖ ਵਿਖਾਵੇ, ਉਹ ਚਲਦੀ ਤੇਜ਼ ਹਵਾ ਤੇ ਕਿਨ ਮਿਣ ਲਾਈ ਇੰਦਰ ਨੇ, ਉਹ ਠੰਡੀ ਹਵਾ ਚੀਰਦੀ ਹੋਰ ਹੱਡਾਂ ਨੂੰ ਜਾਵੇ, ਉਹ ਵੇਖਿਆ ਚਾਰ ਚਫੇਰੇ ਫਿਰ ਕੇ ਜਦੋਂ ਸਰੋਵਰ ਦੇ, ਉਹ ਪੁੱਛਦੇ ਕਿਹੜਾ ਹੈ ਜੋ ਇਤਨੀ ਅੱਗ ਮਚਾਵੇ, ਉਹ ਅੱਜ ਦਾ ਗੁਰੂ ਨਾਨਕ ਦੇ ਇਸ ਸੱਚੇ ਦਰਬਾਰ ਚੋਂ ਸੁਣ ਸੰਗਤੇ, ਅੱਜ ਤਾਂ ਗੁਰੂ ਨਾਨਕ ਦੇ ਇਸ ਸੱਚੇ ਦਰਬਾਰ ਚੋਂ, ਉਹ ਜੋ ਵੀ ਚਾਹੁੰਦਾ ਏ ਉਹ ਮੰਗੇ ਸਾਵੇਂ ਆਵੇ, ਉਹ ਜੋੜੇ ਹੱਥ ਸਿਖਾਣੇ ਆਖਿਆ ਸੱਚੇ ਪਾਤਸ਼ਾਹ, ਉਹ ਜਿਹੜਾ ਲੰਗਰ ਦੇ ਲਈ ਬਾਲਣ ਰੋਜ਼ ਲਿਆਵੇ, ਸੁਣ ਸੰਗਤੇ, ਜਿਹੜਾ ਲੰਗਰ ਦੇ ਲਈ ਬਾਲਣ ਰੋਜ਼ ਲਿਆਵੇ, ਉਹ ਜਿਹੜਾ ਸੇਵਾ ਕਰਦਾ ਨਿਤ ਤੁਹਾਡੇ ਦਰਬਾਰ ਦੀ, ਉਹ ਵੀ ਬਾਬਾ ਆਦਮ ਅੱਜ ਵੀ ਅੱਗ ਸਕਾਵੇ, ਉਹ ਜੋ ਵੀ ਸੇਵਾ ਕਰਦਾ ਸ਼ਰਧਾ ਅਤੇ ਪ੍ਰੇਮ ਨਾਲ, ਉਹ ਆਖਰਕਾਰ ਵੀ ਉਹਦੀ ਭਗਤੀ ਨੂੰ ਫਲ ਲਾਵੇ, ਉਹ ਸੁੱਤੇ ਭਾਗ ਜਾਗ ਪੈ ਆਖਰ ਨੂੰ ਦਲਬੀਰ ਸਿੰਘਾ ਸੁਣ ਸੰਗਤੇ, ਸੁੱਤੇ ਭਾਗ ਜਾਗ ਪੈ ਆਖਰ ਨੂੰ ਦਲਬੀਰ ਸਿੰਘਾ, ਉਹ ਸੱਚੇ ਦਿਲ ਨਾਲ ਜਿਹੜਾ ਬੰਦਾ ਸੇਵਕ ਮਾਵੇ, ਸੁਣ ਸੰਗਤੇ, ਸੱਚੇ ਦਿਲ ਨਾਲ ਜਿਹੜਾ ਬੰਦਾ ਸੇਵਕ ਮਾਵੇ, ਸੱਚੇ ਦਿਲ ਨਾਲ ਜਿਹੜਾ ਬੰਦਾ ਸੇਵਕ ਮਾਵੇ, ਸੇਵਾ ਕਰੇ ਨਿਮਾਣਾ ਹੋ ਕੇ ਸਤਿਗੁਰ ਨੂੰ ਸਿੱਖ ਭਾਵੇ, ਤਾਨੇ ਮਿਹਣੇ ਜਗ ਦੇ ਝੱਲੇ ਤੇ ਆਖਣਾ ਤਾਂ ਉਠਾਵੇ, ਉਸਤਤ ਨਿੰਦਾ ਵੱਲ ਨਾ ਵੇਖੇ, ਆਪਣਾ ਆਪ ਛਪਾਵੇ, ਦਿਲ ਬਾਗ ਗੁਰੂ ਦੀ ਬਖਸ਼ ਮਿਲਦੀ ਤੇ ਲੋਕ ਪਰਲੋਕ ਸਦਾਏ। ਇਹ ਸਤਿਗੁਰਾਂ ਦੀ ਕਿਰਪਾ ਹੈ, ਪਤਾ ਨਹੀਂ ਕਿਹੜੇ ਵੇਲੇ ਕਿਹਦੇ ਤੇ ਹੋ ਜਾਣੀ ਹੈ। ਸੇਵਾ ਇੱਕ ਉੱਚੀ ਮੰਜ਼ਲ ਹੈ ਜਿਸ ਤੇ ਚੜ ਜਾਣਾ ਔਖਾ ਹੈ, ਆਰੇ ਦੇ ਹੇਠਾਂ ਬਹਿ ਕੇ ਵੀ ਤੁਹਾਨੂੰ ਚਰਵਾਉਣਾ ਔਖਾ ਹੈ।
ਇਹ ਸੇਵਾ ਗੁਰੂ ਅਮਰਦਾਸ ਦੇ ਸੀਸ ਤੇ ਛਤਰ ਫਰਾ ਦੇਵੇ। ਇਹ ਸੇਵਾ ਜੀਵਨ ਬੂਟੀ ਹੈ ਪਿੰਗਲੇ ਦਾ ਕੋੜ ਹਟਾ ਦੇਵੇ। ਸੇਵਾ ਕਰ ਅਨਸੂਆ ਨੇ ਸੂਰਜ ਨੂੰ ਕਬਜੇ ਕਰ ਲੀਤਾ। ਸੇਵਾ ਨਾਲ ਭਾਈ ਕਨਈਏ ਨੇ ਰਮਜਾਂ ਦਾ ਸਾਗਰ ਤਰ ਲੀਤਾ। ਸੇਵਾ ਕਰ ਬਾਬੇ ਬੁੱਢੇ ਨੇ ਸਭ ਰਿਸ਼ੀਆਂ ਮੁਨੀਆਂ ਤੋਂ ਵੱਧ ਚੜ ਕੇ ਰੁਤਬਾ ਪਾ ਲੀਤਾ। ਇਹ ਸੇਵਾ ਪ੍ਰੇਮ ਪਿਆਲਾ ਹੈ ਭਾਈਓ, ਜਿਸ ਨੇ ਸੰਗਤੇ ਕਰ ਲੀਤਾ ਉਸ ਬੰਦ ਕਟਵਾਇਆ ਏ ਪਰ ਮੁਖ ਵਿੱਚੋਂ ਨਹੀਂ ਸੀ ਕੀਤਾ। ਇਹ ਸੇਵਾ ਪਤਾ ਨਹੀਂ ਕਿਹੜੇ ਵੇਲੇ ਸਤਿਗੁਰਾਂ ਨੇ ਕਿਹਦੇ ਤੋਂ ਕੀ ਲੈ ਲੈਣੀ। ਅਸੀਂ ਮੇਲਿਆਂ ਵਿੱਚ ਵੇਖਦੇ ਰਹੇ ਹਾਂ, ਉਹਨਾਂ ਮੇਲਾ ਕਰਾਉਣ ਵਾਲਿਆਂ ਦਾ ਉਦੋਂ ਦਰਸ਼ਨ ਕਰੀਦੇ ਸੀ ਜਦੋਂ ਸਤਿਗੁਰਾਂ ਦੇ ਸਾਹਮਣੇ ਆਉਂਦੇ ਸੀ ਦਰਸ਼ਨ ਕਰਨ ਵਾਸਤੇ। ਥਾਲੀਆਂ ਦੇ ਵਿੱਚ ਕਾਜੂ ਸੌਗੀ ਮਿਸ਼ਰੀ ਬਦਾਮ ਪਾ ਕੇ ਜਦੋਂ ਦੀਨ ਦਿਆਲ ਜੀ ਨੂੰ ਮੱਥਾ ਟੇਕਣਾ ਤੇ ਸਾਧ ਸੰਗਤ ਨੂੰ ਪਤਾ ਲੱਗ ਜਾਂਦਾ ਸੀ ਕਿ ਐਸ ਗੁਰੂ ਕੇ ਸਿੱਖਾਂ ਨੇ ਮੇਲਾ ਕਰਵਾਇਆ ਹੈ। ਸਾਹਮਣੇ ਮੇਰੇ ਅਤੀ ਸਤਿਕਾਰਯੋਗ ਬੈਠੇ ਹੋਏ ਨੇ ਸਵਰਗਵਾਸੀ ਅਤੀ ਸਤਿਕਾਰਯੋਗ ਸੂਬਾ ਕਰਤਾਰ ਸਿੰਘ ਜੀ ਹੋਠੀਆਂ ਵਾਲੇ। ਉਹਨਾਂ ਦੇ ਲੈਗ ਸਪੁੱਤਰ ਮੇਰੇ ਵੱਡੇ ਭਾਜੀ ਸਰਦਾਰ ਨਿਸ਼ਾਨ ਸਿੰਘ ਜੀ, ਉਹਨਾਂ ਨੇ ਇੰਨਾ ਤਨ ਮਨ ਤੇ ਧਨ ਦੇ ਨਾਲ ਮੇਲਾ ਕੀਤਾ। ਇੰਨੀ ਆਈ ਹੋਈ ਸਾਧ ਸੰਗਤ ਦੀ ਉਹਨਾਂ ਸੇਵਾ ਕੀਤੀ। ਗੁਰਮੁਖੋ ਉਹਨਾਂ ਨੇ ਜਿੰਨੀ ਗੰਦਗੀ ਸੀ ਨਾ ਨਾਮਧਾਰੀਆਂ ਸਿੱਖਾਂ ਦੀ, ਝੂਠੇ ਬਰਤਨ ਜਿਹੜੇ ਸੀ ਉਹ ਉਹਨਾਂ ਨੇ ਚੁੱਕੇ। ਜੇ ਕਿਤੇ ਡਿਸਪੋਜ਼ਲ ਦੇ ਗਲਾਸ ਪਏ ਹੋਏ ਸੀ ਉਹ ਉਹਨਾਂ ਨੇ ਚੁੱਕੇ। ਲੰਗਰ ਦੇ ਵਿੱਚ ਝੂਠੇ ਭਾਂਡਿਆਂ ਦੀ ਸੇਵਾ ਕੀਤੀ। ਲੰਗਰ ਛਕਾਉਣ ਵਰਤਾਉਣ ਦੀ ਸੇਵਾ ਕੀਤੀ। ਗੁਰਮੁਖੋ ਮੈਂ ਨਹੀਂ ਵੇਖਿਆ ਉਹਨਾਂ ਨੂੰ ਇੱਕ ਮਿੰਟ ਵੀ ਕਿਤੇ ਬੈਠੇ ਹੋਣ। ਇਹ ਕਿਹਦੀ ਕਿਰਪਾ ਏ? ਇਹ ਨਿਰੰਕਾਰ ਦੋ ਜਾਣ ਦੇ ਵਾਲੀ ਸਤਿਗੁਰੂ ਜਗਜੀਤ ਸਿੰਘ ਤੇ ਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਉਸ ਵੇਲੇ ਬਾਬਾ ਬੁੱਢਾ ਸਾਹਿਬ ਨੂੰ ਪੁੱਛਿਆ। ਬਾਬਾ ਬੁੱਢਾ ਸਾਹਿਬ ਨੇ ਆਖਿਆ ਸੱਚੇ ਪਾਤਸ਼ਾਹ ਉਹ ਆਪਣੇ ਘਰ ਵਿੱਚ ਬੈਠੇ ਨੇ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਜਾਓ ਉਹਨਾਂ ਨੂੰ ਬੁਲਾ ਕੇ ਲਿਆਓ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਗਏ। ਭਾਈ ਆਦਮ ਨੂੰ ਆਖਿਆ ਭਾਈ ਆਦਮ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਆਪ ਜੀ ਨੂੰ ਬੁਲਾਇਆ ਹੈ। ਉਸ ਵੇਲੇ ਇਤਿਹਾਸ ਦੇ ਪੰਨੇ ਦੱਸਦੇ ਨੇ ਬਾਬਾ ਆਦਮ ਬਾਬਾ ਬੁੱਢਾ ਸਾਹਿਬ ਦੇ ਨਾਲ ਤੁਰਿਆ ਆਉਂਦਾ ਏ। ਬਾਬਾ ਬੁੱਢਾ ਜਿਹੜੇ ਨਾਲ ਤੁਰਿਆ ਆਉਂਦਾ ਏ, ਬਾਬੇ ਆਦਮ ਨੇ ਸੋਚਿਆ ਵਿਚਾਰਿਆ। ਉਹਨੇ ਆਖਿਆ ਓਏ ਆਦਮ ਤੇਰੀ 71 ਸਾਲ ਦੀ ਸਰੀਰਕ ਉਮਰ ਹੋ ਗਈ ਹੈ ਤੇ ਬਿਰਧ ਤੇਰਾ ਕਠੋਰ ਸਰੀਰ ਹੋ ਗਿਆ, ਚਿੱਟਾ ਤੇਰਾ ਦਾੜਾ ਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਰਹਿੰਦੇ ਨੇ ਸਾਧ ਸੰਗਤ ਵਿੱਚ। ਤੇ ਜਦੋਂ ਸਾਧ ਸੰਗਤ ਤੋਂ ਸਤਿਗੁਰੂ ਜੀ ਹੋਣਗੇ ਪਾਸੇ ਤੇ ਬਾਅਦ ਵਿੱਚ ਮੈਨੂੰ ਸਾਧ ਸੰਗਤ ਨੇ ਮਖੌਲ ਕਰਨੀ ਜਾਓ ਬਾਬਾ ਆਦਮ ਉਹ ਤੇਰੀ 71 ਸਾਲ ਦੀ ਉਮਰ ਹੋ ਗਈ ਆ, ਬਿਰਧ ਤੇਰਾ ਸਰੀਰ ਹੋ ਗਿਆ, ਚਿੱਟਾ ਤੇਰਾ ਦਾੜਾ ਹੋ ਗਿਆ ਏ, ਤੇਰੇ ਮਨ ਵਿੱਚ ਅਜੇ ਵੀ ਪੁੱਤਰ ਦੀ ਲਾਲਸਾ। ਇਹਦਾ ਮਨ ਝਿਜਕ ਗਿਆ, ਸ਼ਰਮਾ ਗਿਆ। ਇਹਨੇ ਆਖਿਆ ਮੈਂ ਸਤਿਗੁਰਾਂ ਕੋਲ ਅਰਜ਼ ਨਹੀਂ ਕਰਨੀ। ਹੌਲੀ ਹੌਲੀ ਚੱਲਦਾ ਚੱਲਦਾ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਸਤਿਗੁਰਾਂ ਨੂੰ ਮੱਥਾ ਟੇਕਿਆ, ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਆਪ ਜੀ ਨੇ ਗਰੀਬ ਤੇ ਨਿਮਾਣੇ ਜੇ ਸਿੱਖ ਨੂੰ ਸੱਦਿਆ, ਪਾਤਸ਼ਾਹ ਕੀ ਹੁਕਮ ਹੈ? ਉਸ ਵੇਲੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਆਦਮ ਅੱਜ ਗੁਰੂ ਨਾਨਕ ਪਾਤਸ਼ਾਹ ਦਰਬਾਰ ਤੇਰੇ ਤੁਠਾ ਹੀ ਮੰਗ ਕੀ ਮੰਗਦਾ ਏ? ਇਹਨੇ ਹੱਥ ਜੋੜ ਕੇ ਆਖਿਆ ਹੈ ਮੇਰਾਂ ਦੀਆਂ ਸਾਈਆਂ ਇਹ ਮੇਰੇ ਸਤਿਗੁਰੂ ਜੀ ਤੁਠੇ ਉਹਦੇ ਪਾਤਸ਼ਾਹ ਨਾਮ ਦਾਨ ਇਸ਼ਨਾਨ ਤੇ ਗੁਰਸਿੱਖੀ ਜੀਵਨ ਬਖਸ਼ੋ। ਸਤਿਗੁਰਾਂ ਆਖਿਆ ਤੇਰੇ ਤੇ ਵੀ ਕਿਰਪਾ ਹੋਵੇਗੀ। ਸਤਿਗੁਰਾਂ ਫੇਰ ਪੁੱਛਿਆ ਬਾਬਾ ਆਦਮ ਮੰਗ ਕੀ ਮੰਗਦਾ ਏ? ਉਸ ਵੇਲੇ ਬਾਬੇ ਆਦਮ ਨੇ ਆਖਿਆ ਸੱਚੇ ਪਾਤਸ਼ਾਹ ਤੁਠੇ ਉਹਦੇ ਨਾਮ ਦਾਨ ਇਸ਼ਨਾਨ ਤੇ ਗੁਰਸਿੱਖੀ ਜੀਵਨ ਬਖਸ਼ੋ। ਸਤਿਗੁਰਾਂ ਆਖਿਆ ਵੀ ਬਖਸ਼ਾ ਹੋਣਗੀਆਂ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਆਦਮ ਜਿਹੜੀ ਘਰ ਵਾਲੀ ਤੇਰੀ ਮਾਈ ਪੇਖਾਂ ਆਪਣੇ ਘਰ ਵਿੱਚ ਬੈਠੀ ਹੋਈ ਹੈ ਉਹਨੂੰ ਤੁਸੀਂ ਬੁਲਾ ਕੇ ਲੈ ਆਓ। ਜੇ ਉਹਦੇ ਮਨ ਦੀ ਕੋਈ ਮੰਗ ਭਾਵਨਾ ਹੈ ਤੇ ਉਹ ਵੀ ਪੂਰੀ ਕਰ ਦਿੱਤੀ ਜਾਵੇਗੀ। ਉਸ ਵੇਲੇ ਬਾਬਾ ਆਦਮ ਕਾਲੇ ਕਦਮੀ ਆਪਣੇ ਘਰ ਵਿੱਚ ਆਇਆ। ਭੇਖਾਂ ਨੂੰ ਆਖਿਆ ਭੇਖਾਂ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਤੁਹਾਨੂੰ ਬੁਲਾਇਆ ਹੈ। ਉਸ ਵੇਲੇ ਮਾਈ ਭੇਖਾਂ ਆਖਿਆ ਸਵਾਮੀ ਗੁਰਦੇਵ ਕਾਹਦੇ ਵਾਸਤੇ ਬੁਲਾਇਆ ਹੈ? ਉਸ ਵੇਲੇ ਇਤਿਹਾਸ ਦੇ ਪੰਨੇ ਦੱਸਦੇ ਨੇ ਬਾਬੇ ਆਦਮ ਨੇ ਆਖਿਆ ਭੇਖਾਂ ਗੁਰੂ ਨਾਨਕ ਪਾਤਸ਼ਾਹ ਦਾ ਦਰਬਾਰ ਲੱਗਾ ਏ, ਸਾਧ ਸੰਗਤ ਸਤਿਗੁਰਾਂ ਦੇ ਇਰਦ ਗਿਰਦ ਖਲੋਤੀ ਹੋਈ ਹੈ ਤੇ ਵੇਖੀ ਕਿਤੇ ਪੁੱਤਰ ਵਾਸਤੇ ਅਰਜ ਨਾ ਕਰੀ, ਪੁੱਤਰ ਵਾਸਤੇ ਅਰਜ ਨਾ ਕਰੀ। ਉਹਨਾਂ ਆਖਿਆ ਸਵਾਮੀ ਜੀ ਇੱਕ ਵਾਰ ਮੈਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਸਾਹਮਣੇ ਲੈ ਕੇ ਜਾਓ। ਇਹ ਤੇ ਜਾਂ ਫਿਰ ਮੈਂ ਜਾਣਾ ਤੇ ਜਾਂ ਫਿਰ ਮੇਰਾ ਗੁਰੂ ਰਾਮਦਾਸ ਪਾਤਸ਼ਾਹ ਜਾਣੇ। ਦਵਾਈ ਰੱਬ ਦੀ ਭਾਵੇਂ ਕਿੰਨਾ ਵੀ ਕੋਈ ਦੁਨੀਆ ਦਾ ਰਾਜਾ ਮਹਾਰਾਜਾ ਅਮੀਰ ਹੋਵੇ, ਸੋਨੇ ਚਾਂਦੀ ਦੇ ਬਰਤਨਾਂ ਵਿੱਚ ਖਾਣ ਵਾਲਾ ਹੋਵੇ, ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਉਹਦੇ ਤੇ ਵੀ ਕਿਰਪਾ ਕਰੋ, ਉਹਦੇ ਘਰ ਪੁੱਤਰ ਹੋਵੇ, ਉਹਦੇ ਘਰ ਵਿੱਚ ਧੀ ਹੋਵੇ। ਰੱਬਾ ਪੋਦੇ ਵੀ ਸਭਨਾ ਮਾਪਿਆਂ ਨੂੰ ਹੱਥ ਬੰਨ ਕੇ ਮੇਰੀ ਫਰਿਆਦ ਦਾਤਾ ਹੌਲ ਪੈਣ ਦਿਲ ਨੂੰ ਭਰਿਆ ਰੁਕ ਜਾਵੇ ਜਦੋਂ ਆਉਂਦੀ ਪੁੱਤਾਂ ਦੀ ਯਾਦ ਦਾਤਾ। ਬਿਨਾਂ ਪੁੱਤਰਾਂ ਸਖਣੇ ਮਾਪਿਆਂ ਦੇ ਨਹੀਂ ਕੋਈ ਜ਼ਿੰਦਗੀ ਜਿਉਣ ਦਾ ਸਵਾਦ ਦਾਤਾ। ਹੱਥ ਬੰਨ ਦਲਬੀਰ ਸਿੰਘ ਅਰਜ ਕਰਦਾ ਤੇ ਘਰ ਪੁੱਤਾਂ ਨਾਲ ਹੋਣ ਆਬਾਦ ਦਾਦਾ।
ਜਿਹੜੇ ਘਰ ਨੇ ਗੁਰਮੁਖੋ ਧੀਆਂ ਦੇ ਪੁੱਤਰਾਂ ਦੇ ਨਾਲ ਸੋਭਾ ਪਾਉਂਦੇ ਨੇ। ਦਿੱਤਾ ਹੋਇਆ ਸਮਾਂ ਮੇਰਾ ਲਾਗੇ ਤੁਰਿਆ ਆ ਰਿਹਾ ਏ। ਆ ਜਿਹੜੇ ਤੁਸੀਂ ਸਾਡੇ ਦਰਸ਼ਨ ਕਰ ਰਹੇ ਹੋ ਜਾਂ ਸਾਨੂੰ ਵੇਖ ਰਹੇ ਹੋ ਨਾ, ਇਹ ਕਿਹਦੀ ਕਿਰਪਾ ਏ? ਇਹ ਮੇਰੇ ਸਾਹਿਬ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ। 4 ਸਾਡੀਆਂ ਭੈਣਾਂ ਸਨ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸੂਬਾ ਜੀ ਸਾਡੇ ਇਲਾਕੇ ਨਗਰ ਮੱਦਰ, ਉੱਥੇ ਸੱਚੇ ਪਾਤਸ਼ਾਹ ਆਏ ਹੋਏ ਸੀ। ਜਦੋਂ ਉੱਥੇ ਆਏ ਮੇਰੇ ਪਿਤਾ ਜੀ ਵੀ ਗਏ, ਮਾਤਾ ਗਿਆਨ ਕੌਰ ਵੀ ਗਈ, ਤੇ ਅਸੀਂ 6 ਜਿਹੜੇ ਮੇਰੀ ਮਾਤਾ ਨੇ ਸਤਿਗੁਰਾਂ ਦੇ ਅੱਗੇ ਭੇਟਾ ਕੀਤੇ, ਆਖਿਆ ਸੱਚੇ ਪਾਤਸ਼ਾਹ ਕਿਰਪਾ ਕਰੋ, 4 ਧੀਆਂ ਏ ਤੇ ਪੁੱਤਰ ਕੋਈ ਨਹੀਂ। ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ 3 ਜਿਹੜੇ 6 ਸੀ ਮੇਰੀ ਮਾਂ ਗਿਆਨ ਕੌਰ ਦੀ ਝੋਲੀ ਵਿੱਚ ਪਾਏ, ਜਿਨ੍ਹਾਂ ਦੇ ਵਿੱਚੋਂ ਇੱਕ 6 ਥੱਲੇ ਡਿੱਗਿਆ, ਉਹ ਫਿਸ ਗਿਆ, 2 6 ਬਚੇ। ਘਰ ਆ ਕੇ ਮੇਰੀ ਮਾਂ ਨੇ ਉਹ 2 6 ਛਕੇ ਤੇ ਸਤਿਗੁਰਾਂ ਕਿਰਪਾ ਕੀਤੀ ਵੀ ਸਾਡਾ ਦੋਵਾਂ ਭਰਾਵਾਂ ਦਾ ਜਨਮ ਹੋਇਆ। ਸਭ ਗੱਜ ਕੇ ਕਹਿ ਦਿਓ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਅੱਜ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੇ ਹਾਂ, ਦੂਰ ਦੂਰ ਤੱਕ ਜਾਂਦੇ ਹਾਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਹਰ ਜਸ ਕਰਦੇ ਹਾਂ। ਰਹਿੰਦੇ ਇਸ ਬਾਣੇ ਦੇ ਵਿੱਚ ਆ, ਸਤਿਗੁਰੂ ਦੀ ਕਿਰਪਾ, ਸਤਿਗੁਰਾਂ ਦੀ ਬਖਸ਼ਿਸ਼ ਇਸੇ ਤਰ੍ਹਾਂ ਸਾਡੇ ਤੇ ਬਣੀ ਰਹੇ। ਇਧਰੋਂ ਫਿਰ ਬਾਬਾ ਆਦਮ ਮਾਈ ਭੇਖਾਂ ਜੀ ਆਏ, ਇਹਨੇ ਫਿਰ ਸਤਿਗੁਰਾਂ ਨੂੰ ਅਰਜ਼ ਕੀਤੀ। ਉਸ ਵੇਲੇ ਮਾਈ ਭੇਖਾਂ ਆਖਿਆ ਸੱਚੇ ਪਾਤਸ਼ਾਹ ਸਾਨੂੰ ਤੁਹਾਡੀਆਂ ਖੁਸ਼ੀਆਂ ਚਾਹੀਦੀਆਂ, ਤੁਹਾਡੀ ਸਾਨੂੰ ਬਖਸ਼ਿਸ਼ ਚਾਹੀਦੀ, ਹੋਰ ਕੁਝ ਨਹੀਂ ਚਾਹੀਦਾ। ਉਸ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਮਾਈ ਭੇਖਾਂ ਜਦੋਂ ਪਿੰਡੋਂ ਤੁਰਨ ਲੱਗੀ ਸਾਂ, ਆਪਣੇ ਪਤੀ ਦੇ ਨਾਲ ਪਰਨ ਕਰਕੇ ਤੁਰੀ ਸਾਂ, ਜੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਧੀ ਜਾਂ ਪੁੱਤਰ ਦਾ ਮੁਖ ਵਿਖਾ ਦਿੱਤਾ, ਇਹਨਾਂ ਹਵੇਲੀਆਂ ਦੇ ਆ ਕੇ ਮੈਂ ਜਿੰਦਰੇ ਖੋਲ ਲਵਾਂਗੀ, ਨਹੀਂ ਤੇ ਰਹਿੰਦਾ ਸਮਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਮੈਂ ਬਤੀਤ ਕਰਾਂਗੀ। ਜਦੋਂ ਅੰਦਰ ਦੀ ਗੱਲ ਬੁੱਝੀ, ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਸਿਰ ਸੁੱਟਿਆ, ਰੋ ਰੋ ਕੇ ਸਤਿਗੁਰਾਂ ਦੇ ਚਰਨ ਧੋ ਦਿੱਤੇ। ਇਸੇ ਪਿੰਡ ਦੀ ਛੋਟੀ ਜੀ ਬੱਚੀ ਸੀ, ਉਹ ਛੇਤੀ ਨਾਲ ਦੌੜ ਕੇ ਆਈ, ਉਹਨੇ ਆਪਣੇ ਝੋਲੀ ਅੱਡ ਕੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਕਹਿੰਦੀ, ਹੈ ਬਾਬਾ ਇਹਨਾਂ ਦੇ ਘਰ ਪੁੱਤਰ ਕੋਈ ਨਹੀਂ, ਪੁੱਤਰਾਂ ਦੇ ਘਰ ਸੁੰਨੇ ਪਏ ਨੇ, ਪੁੱਤਰਾਂ ਕੋਲੋਂ ਘਰ ਵੱਢ ਵੱਢ ਕੇ ਖਾਂਦੇ ਨੇ, ਜੇ ਮੇਰਾਂ ਦੇ ਘਰ ਵਿੱਚ ਆਇਆ ਤੇ ਸੱਚੇ ਪਾਤਸ਼ਾਹ ਇੱਕ ਪੁੱਤਰ ਦੀ ਦਾਤ ਬਖਸ਼ ਦਿਓ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਕਿਵੇਂ ਬਖਸ਼ਦੇ ਨੇ, ਇਹ ਜਿਹੜਾ ਪ੍ਰਸੰਗ ਆ ਅਸੀਂ 2018 ਦੇ ਵਿੱਚ ਜਲੰਧਰ ਦੂਰਦਰਸ਼ਨ ਡੀਡੀ ਪੰਜਾਬੀ ਚੈਨਲ ਤੋਂ ਪੇਸ਼ ਕੀਤਾ ਸੀ। ਬੜਾ ਮਕਬੂਲ ਹੋਇਆ, ਬੜਾ ਦੁਨੀਆ ਦੇ ਲੋਕਾਂ ਨੇ ਬੜੇ ਪਿਆਰ ਦੇ ਨਾਲ ਇਹਨੂੰ ਸਰਵਣ ਕੀਤਾ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਬਾਬੇ ਆਦਮ ਤੇ ਮਾਈ ਭੇਖਾਂ ਦੇ ਘਰ ਵਿੱਚ ਪੁੱਤਰ ਦੀ ਦਾਤ ਕਿਵੇਂ ਬਖਸ਼ਿਸ਼ ਕਰਦੇ ਨੇ, ਐਹੀ ਛੰਦ ਕਹਿ ਕੇ ਸਮਾਪਤੀ ਇਉਂ ਬੇਨਤੀ ਕੀਤੀ ਜਾਂਦੀ। ਹੱਥ ਜੋੜਿਆ ਦਾਮਾਂ ਦੀ, ਹੱਥ ਜੋੜਿਆ ਦਾਮਾਂ ਦੀ, ਘਰ ਵਾਲੀ ਕਹਿਣ ਲੱਗੀ, ਸੁਣਿਓ ਸਾ ਨਾਵਾ ਮਹਾਰਾਜਾ, ਸੱਚ ਜਾਣੋ ਕਦੇ ਵੀ ਗ੍ਰਸਤੀਆਂ ਦੇ ਘਰਾਂ ਵਿੱਚ ਪੁੱਤਾਂ ਬਿਨਾ ਸੌਰ ਦੇ ਨਾ ਕਾਜ, ਗੁਰੂ ਜੀ ਪੁੱਤਾਂ ਬਿਨਾ ਸੌਰ ਦੇ ਨਾ ਕਾਜ। ਹੋਰ ਕਿਸੇ ਚੀਜ਼ ਦਾ ਨਾ ਕਾਟਾ ਸੱਚੇ ਪਾਤਸ਼ਾਹ ਜੀ, ਸਾਨੂੰ ਇੱਕ ਪੁੱਤਰ ਦੀ ਥੋੜਾ, ਸਾਨੂੰ ਇੱਕ ਪੁੱਤਰ ਦੀ ਲੋੜ ਸੱਚੇ ਪਾਤਸ਼ਾਹ ਜੀ, ਸਾਨੂੰ ਇੱਕ ਪੁੱਤਰ ਦੀ ਲੋੜ। ਓ ਲੱਖਾਂ ਹੋਣ ਦੌਲਤਾਂ ਚਾਹੇ, ਲੱਖਾਂ ਹੋਣ ਦੌਲਤਾਂ ਚਾਹੇ, ਘਰ ਵਿੱਚ ਮਹਾਰਾਜ ਪਰ ਨਾ ਕਿਸੇ ਵੀ ਕੰਮ ਆਉਣਾ, ਮੈਲ ਤੇ ਮਨਾਰਿਆਂ ਜ਼ਮੀਨਾਂ ਦੀਆਂ ਅੱਖਾਂ ਸਾਵੇਂ, ਜੂੰਦਿਆਂ ਸ਼ਰੀਕ ਵੰਡਾ ਪਾਉਣ, ਗੁਰੂ ਜੀ ਜੂੰਦਿਆਂ ਸ਼ਰੀਕ ਵੰਡਾ ਪਾਉਣਾ। ਉਹ ਤਾਨੇ ਜੋ ਸ਼ਰੀਕਾਂ ਵਾਲੇ ਆ ਜੂੰਦੇ ਨਹੀਂ ਉਹ ਰਹਿਣ ਦਿੰਦੇ, ਲੈਂਦੇ ਰਾਤ ਜਿਸਮੋਂ ਨਾ ਚੋੜਾ, ਸਾਨੂੰ ਇੱਕ ਪੁੱਤਰ ਦੀ ਲੋੜ ਸੱਚੇ ਪਾਤਸ਼ਾਹ ਜੀ, ਸਾਨੂੰ ਇੱਕ ਪੁੱਤਰ ਦੀ ਲੋੜ। ਪਿਛਲੀ ਉਮਰ ਆ ਗਈ, ਪਿਛਲੀ ਉਮਰ ਆ ਗਈ, ਥਾਂ ਥਾਂ ਤੱਕੇ ਖਾਂਦਿਆਂ ਨੂੰ, ਛੱਡਿਆ ਨਾ ਪੀਰ ਤੇ ਫਕੀਰਾ, ਨਾਨਕ ਗੁਰੂ ਦਾ ਘਰ ਵੱਡਾ ਕਹਿੰਦੇ ਸਾਰਿਆਂ ਤੋਂ, ਤੇਰੇ ਦਰ ਆਏ ਹਾਂ ਖੀਰ, ਗੁਰੂ ਜੀ ਤੇਰੇ ਦਰ ਆਏ ਹਾਂ ਖੀਰਾ। ਓ ਇੱਕੋ ਹੀ ਤੁਹਾਡਾ ਮੈਨੂੰ, ਇੱਕੋ ਹੀ ਤੁਹਾਡਾ ਮੈਨੂੰ, ਆਸਰਾ ਗੁਰੂ ਰਾਮਦਾਸ ਆਏ ਆ ਸਹਾਰੇ ਸਾਰੇ ਛੋੜਾ,
ਸਾਨੂੰ ਇੱਕ ਪੁੱਤਰ ਦੀ ਲੋੜ ਸੱਚੇ ਪਾਤਸ਼ਾਹ ਜੀ ਸਾਨੂੰ ਇੱਕ ਪੁੱਤਰ ਦੀ ਲੋੜ ਉਹ ਅੱਖੀਆਂ ਗਵਾਈਆਂ ਪਾਵੇਂ ਅੰਧਲੇ ਤੇ ਅੰਧਾਲੀ ਨੇ ਝੋਲੀ ਪਾਇਆ ਸਰਵਣਾ ਕਮਾਰਾ ਮੰਗਿਆ ਬਗੈਰ ਜਿੱਥੇ 10 ਖੇਡਦੇ ਨੇ ਉਹਨਾਂ ਨੂੰ ਕੀ ਪੁੱਤਰਾਂ ਦੀ ਸਾਰ ਗੁਰੂ ਜੀ ਉਹਨਾਂ ਨੂੰ ਕੀ ਪੁੱਤਰਾਂ ਦੀ ਸਾਰਾ ਉਹ ਪੁੱਤਰਾਂ ਬਗੈਰ ਸਾਂਝਾ ਜਗ ਨਾਲ ਸੌਂਦੀਆਂ ਨੀ ਪੁੱਤਾਂ ਬਿਨਾ ਫੱਬਦੇ ਨਾ ਜੋੜਾ ਸਾਨੂੰ ਇੱਕ ਪੁੱਤਰ ਦੀ ਲੋੜ ਸੱਚੇ ਪਾਤਸ਼ਾਹ ਜੀ ਸਾਨੂੰ ਇੱਕ ਪੁੱਤਰ ਦੀ ਲੋੜ ਪੁੱਤਰਾ ਬਗੈਰ ਕਹਿੰਦੇ ਗੌਤਮ ਰਖੀ ਦੀ ਕੀਤੀ ਭਗਤੀ ਨਾ ਹੋਈ ਪਾਰਵਾਨਾ ਕਹਿੰਦੇ ਉਹਨੂੰ ਮੋੜਿਆ ਦੁਬਾਰਾ ਫੇਰਾ ਧਰਤੀ ਤੇ ਪੈਦਾ ਕਰੋ ਜਗ ਸੰਤਾਨ ਗੁਰੂ ਜੀ ਪੈਦਾ ਕਰੋ ਜਗ ਸੰਤਾਨ ਉਹ ਕਹਿੰਦੇ ਪੁੱਤ ਮਿਲਦੇ ਬਾਜ਼ਾਰ ਕਦੇ ਮੁੱਲ ਨੂੰ ਨਾ ਮਾਇਆ ਹੋਵੇ ਲੱਖ ਤੇ ਕਰੋੜਾ ਸਾਨੂੰ ਇੱਕ ਪੁੱਤਰ ਦੀ ਲੋੜ ਸੱਚੇ ਪਾਤਸ਼ਾਹ ਜੀ ਸਾਨੂੰ ਇੱਕ ਪੁੱਤਰ ਦੀ ਲੋੜ ਇਸ ਦਰਬਾਰ ਦੀ ਹੈ ਇਸ ਦਰਬਾਰ ਦੀ ਹੈ ਸੋਭਾ ਵਿੱਚ ਦੁਨੀਆ ਦੇ ਗੀਤ ਗਾਵਿਆ ਮਨ ਪਰੀਤਾ ਇਸ ਦਰਬਾਰ ਵਿੱਚੋਂ ਖਾਲੀ ਨਾਗ ਗਿਆ ਸਹਿਬਾ ਕਰਦੇ ਤਾਰੀਫ ਸਰਬਜੀਤ ਗੁਰੂ ਜੀ ਕਰਦੇ ਤਾਰੀਫ ਸਰਬਜੀਤ ਉਹ ਕਹਿੰਦਾ ਦਿਲਬੀਰ ਤੁਸੀਂ ਓ ਮੇਰੇ ਦੀ ਨਜ਼ਾਰਾ ਕਰੋ ਆਜੇ ਨਵਾਂ ਜ਼ਿੰਦਗੀ ਚ ਮੋੜਾ ਸਾਨੂੰ ਇੱਕ ਪੁੱਤਰ ਦੀ ਲੋੜ ਸੱਚੇ ਪਾਤਸ਼ਾਹ ਦੀ ਸਾਨੂੰ ਇੱਕ ਪੁੱਤਰ ਦੀ ਲੋੜ ਇਸ ਤਰ੍ਹਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਾਬੇ ਆਦਮ ਤੇ ਮਾਈ ਪੇਖਾਂ ਤੇ ਕਿਰਪਾ ਕੀਤੀ ਸੋ ਇਹ ਸੀ ਅੱਜ ਦਾ ਇਤਿਹਾਸ ਗੁਰੂ ਥੋੜੇ ਸਮੇਂ ਬਾਅਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਗੋਇੰਦਵਾਲ ਦੀ ਪਵਿੱਤਰ ਪਾਵਨ ਧਰਤੀ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਸਾਰੀਆਂ ਬਖਸ਼ਿਸ਼ਾਂ ਦੇ ਕੇ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੱਚਖੰਡ ਨੂੰ ਪਿਆਨਾ ਕਰ ਗਏ ਸੋ ਇਹ ਸੀ ਅੱਜ ਦਾ ਇਤਿਹਾਸ ਸੋ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਸਾਰੇ ਵਲਟੋਏ ਵਾਲੇ ਕਵੀਆਂ ਨੂੰ ਤੁਸੀਂ ਜਾਣਦੇ ਹੋ ਸਾਰਿਆਂ ਦੇ ਸਤਿਗੁਰਾਂ ਦੀ ਕਿਰਪਾ ਬਖਸ਼ੀ ਰਹਿਮਤ ਹੈ ਸੋ ਬੋਲਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਹੋ ਗਈਆਂ ਤੇ ਰੱਬ ਵਰਗੀ ਸਾਧ ਸੰਗਤ ਬਖਸ਼ਣਯੋਗ ਆ ਸਤਿਗੁਰੂ ਜੀ ਬਖਸ਼ਣਯੋਗ ਆ ਸਭ ਗੱਜ ਕੇ ਕਹਿ ਦਿਓ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਤਿ ਸ੍ਰੀ ਅਕਾਲ।